Good morning, sir. Good morning, ji. Good morning, sir. Good morning. Good morning. Good morning, sir. Good morning. Good morning, everyone. Good morning, sir. Good morning. Good morning. Let us start. Today we will discuss Criminal Procedure Code 1973, Criminal Procedure Code CRPC 1973, Chapter number 19, Trial of Front, Section 238 onwards. Section 238. ਟ੍ਰਾਇਲ ਆਫ ਫਰੰਟ ਕੇਸਿਸ ਬਾਈ ਦਾ ਮੈਜਿਸਟ੍ਰੇਟ। ਜਿਹੜੇ ਫਰੰਟ ਕੇਸਿਸ ਹੁੰਦੇ ਉਹਦਾ ਟ੍ਰਾਇਲ ਜਿਹੜਾ ਮੈਜਿਸਟ੍ਰੇਟ ਵੱਲੋਂ ਕੀਤਾ ਜਾਂਦਾ ਤਾਂ ਕਿਵੇਂ ਇਹਦੀ ਕੀ ਪ੍ਰੋਸੀਜਰ ਹੈਗਾ, ਇਹ ਸਾਰਾ ਆਪਾਂ ਪ੍ਰੋਸੀਜਰ ਪੜ੍ਹ ਰਹੇ ਹਾਂ ਜੀ। CRPC ਦਾ ਮਤਲਬ ਇਹ ਹੈਗਾ ਪ੍ਰੋਸੀਜਰ, ਕ੍ਰਿਮੀਨਲ ਪ੍ਰੋਸੀਜਰ ਕੋਡ। ਠੀਕ ਹੈ, IPC ਦੇ ਤਹਿਤ ਸੈਕਸ਼ਨ ਲਗਾਈਆਂ ਜਾਂਦੀਆਂ ਨੇ, ਕਿਹੜੀ ਧਾਰਾ ਦੇ ਕੀ ਅਫੈਂਸ ਕਮਿਟ ਕੀਤਾ ਕਿਸੇ ਨੇ, ਉਹਦੇ ਅਗੇਂਸਟ ਕਿਹੜੀ ਧਾਰਾ ਲੱਗੇਗੀ, ਔਰ ਜਿਹੜਾ CRPC ਹੈ ਇਹਦੇ ਤਹਿਤ ਕੀ ਹੈ ਕਾਰਵਾਈ ਕਿਵੇਂ ਚਲਾਈ ਜਾਂਦੀ ਹੈ, ਕਿਹੜੇ ਕਿਹੜੇ ਜਿਹੜੇ ਸੈਕਸ਼ਨਸ ਨੇ ਉਹਦੀ ਪ੍ਰੋਸੀਜਰਿੰਗ ਕਿਵੇਂ ਚੱਲਦੀ ਹੈਗੀ ਕੋਰਟਾਂ ਦੇ ਵਿੱਚ। ਕੇਸਸ ਇੰਸਟੀਟਿਊਟਡ ਔਨ ਦਾ ਪੁਲਿਸ ਰਿਪੋਰਟ। ਜਿਹੜਾ ਵਾਰੰਟ ਹੈ, ਜਿਹੜਾ ਟ੍ਰਾਇਲ ਚੱਲਦਾ ਹੈਗਾ, ਟ੍ਰਾਇਲ ਵਾਰੰਟ ਕੇਸ ਦੇ ਸੰਬੰਧ ਦੀ ਗੱਲ ਕਰਦੇ ਹਾਂ। ਵਾਰੰਟ ਕੇਸਿਸ ਹੁੰਦੇ ਨੇ, ਇੱਕ ਸਮਨ ਕੇਸਿਸ ਹੁੰਦੇ ਆ। ਠੀਕ ਹੈ, ਜਦੋਂ ਵਾਰੰਟ ਜਾਰੀ ਕਰਕੇ ਕਿਸੇ ਵਿਅਕਤੀ ਨੂੰ ਅਰੈਸਟ ਕੀਤਾ ਹੁੰਦਾ ਤੇ ਪੁਲਿਸ ਵੱਲੋਂ ਕੇਸਸ ਇੰਸਟੀਟਿਊਟਡ ਔਨ ਏ ਪੁਲਿਸ ਰਿਪੋਰਟ, ਜਦੋਂ ਪਰਚਾ ਦਰਜ ਕੀਤਾ ਜਾਂਦਾ ਪੁਲਿਸ ਦੀ ਰਿਪੋਰਟ ਦੇ ਆਧਾਰ ਤੇ, ਤਾਂ ਸੈਕਸ਼ਨ 238 'ਚ ਕੀ ਕਿਹਾ, ਕੰਪਲਾਈਂਸ ਵਿਦ ਸੈਕਸ਼ਨ 207। ਸੈਕਸ਼ਨ 207 'ਚ ਅਸੀਂ ਪੜ੍ਹਿਆ ਸੀ ਕੀ ਸੀਗਾ, ਇਹ ਹੈਗਾ ਸੀਗਾ FIR ਦੀ ਕਾਪੀ ਦੇਣਾ ਅਕਿਊਜ਼ ਨੂੰ। FIR ਦੀ ਕਾਪੀ ਦੇਣਾ, ਉਹਦੇ ਕੋਈ ਬਿਆਨ ਲਏ ਹੋਣ, ਉਸਨੇ ਕੋਈ ਐਡਮਿਸ਼ਨ ਕੀਤੀ ਹੋਵੇ, ਕੋਈ ਕਨਫੈਸ਼ਨ ਕੀਤੀ ਹੀ ਹੋਵੇ, ਉਹਦੀ ਸਾਰੀ ਸਟੇਟਮੈਂਟ ਜਿੰਨੀਆਂ ਵੀ ਉਹਨੇ ਉਹਦੀਆਂ ਲਈਆਂ ਹੋਈਆਂ ਹੋਣ, ਉਹਦੀ ਪੂਰਾ ਰਿਕਾਰਡ ਅਕਿਊਜ਼ ਦੇ ਹਵਾਲੇ ਕਰਨਾ ਕੋਰਟ ਦੇ ਵਿੱਚ। ਜਦੋਂ ਪੁਲਿਸ ਆਫੀਸਰ ਵੱਲੋਂ ਜਦੋਂ ਉਸਨੂੰ ਮਤਲਬ ਕਿ ਮੈਜਿਸਟਰੇਟ ਦੇ ਪੇਸ਼ ਕੀਤਾ ਜਾਂਦਾ ਹੈ। ਵੈਨ ਇਨ ਐਨੀ ਵਾਰੰਟ ਕੇਸ ਇੰਸਟੀਟਿਊਟਡ on a police report, the accused appears or is brought before the magistrate, ਜਦੋਂ accused ਨੂੰ ਕੋਰਟ ਦੇ ਵਿੱਚ ਲੈ ਕੇ ਆਇਆ ਜਾਂਦਾ ਹੈ at the commencement of the trial, ਜਦੋਂ ਟ੍ਰਾਇਲ ਸਟਾਰਟ ਹੁੰਦਾ ਹੈ, the magistrate shall satisfy, ਸਭ ਤੋਂ ਪਹਿਲਾਂ ਮੈਜਿਸਟਰੇਟ ਨੇ ਸੈਟੀਸਫਾਈ ਕਰਨਾ ਹੁੰਦਾ ਆਪਣੇ ਆਪ ਨੂੰ। ਕੀ ਕਰਨਾ ਹੁੰਦਾ ਵੀ ਕੀ ਸੈਕਸ਼ਨ 207 ਦੇ ਅਗੇਂਸਟ ਜਿਹੜੀ ਪ੍ਰੋਵੀਜ਼ਨਸ ਜਿਹੜੀਆਂ ਕੰਪਲਾਈ ਵਿਦ ਕੀਤੀਆਂ ਪੁਲਿਸ ਨੇ, ਕੀ ਪੁਲਿਸ ਨੇ ਸਾਰੀ ਜਿਹੜੀ ਰਿਪੋਰਟ ਹੈਗੀ FIR ਦੀ ਕਾਪੀ ਵਗੈਰਾ ਵਗੈਰਾ, ਠੀਕ ਹੈ, ਕੀ ਅਕਿਊਜ਼ ਨੂੰ ਦਿੱਤੀ ਜਾਂ ਨਹੀਂ ਦਿੱਤੀ, ਇਹ ਦੇਖਣਾ ਹੁੰਦਾ ਸਭ ਤੋਂ ਪਹਿਲਾਂ ਮੈਜਿਸਟਰੇਟ ਵੱਲੋਂ ਦੇਖਿਆ ਜਾਂਦਾ ਹੈ। ਜੇ ਨਹੀਂ ਦਿੱਤੀ ਹੋਈ ਤਾਂ ਦਵਾਈ ਜਾਂਦੀ ਹੈਗੀ ਹੈ। ਵੈਨ ਅਕਿਊਜ਼ ਸ਼ੈਲ ਬੀ ਡਿਸਚਾਰਜਡ, ਜਦੋਂ ਕੋਰਟ ਦੇ ਵਿੱਚ ਅਕਿਊਜ਼ ਨੂੰ ਲਿਆ ਕੇ ਪੇਸ਼ ਕੀਤਾ ਪੁਲਿਸ ਵੱਲੋਂ, ਤਾਂ ਇਸ ਨੂੰ ਜੇਕਰ ਕੋਰਟ ਨੂੰ ਲੱਗਦਾ ਹੈ, ਪ੍ਰੋਸੀਕਿਊਸ਼ਨ ਨੂੰ ਓਪਰਚੁਨਿਟੀ ਦਿੱਤੀ ਜਾਂਦੀ ਹੈ ਇਨੀਸ਼ੀਅਲ ਸਟੇਜ ਦੇ ਉੱਪਰ ਹੀ, ਜੇਕਰ ਕੋਰਟ ਨੂੰ ਲੱਗਦਾ ਵੀ ਨਹੀਂ ਜਿਹੜਾ ਹੈਗਾ ਇਹ ਜਿਹੜਾ ਵੀ FIR ਇਹਨੇ ਦਰਜ ਕੀਤੀ ਹੈਗੀ ਇਹ ਗਰਾਊਂਡਲੈਸ ਹੈਗੀ ਹੈ, ਇਹਦੇ 'ਚ ਕੋਈ ਵਜ਼ਨ ਨਹੀਂ ਹੈਗਾ, ਇਹ ਜਾਣਬੁੱਝ ਕੇ ਹਰਾਸ਼ ਕੀਤਾ ਜਾ ਰਿਹਾ ਜਿਹੜਾ ਅਕਿਊਜ਼ਡ ਹੈਗਾ, ਤਾਂ ਉਸਨੂੰ ਇਨੀਸ਼ੀਅਲ ਸਟੇਜ ਤੇ ਹੀ ਡਿਸਚਾਰਜ ਕੀਤਾ ਜਾ ਸਕਦਾ ਹੈ ਮੈਜਿਸਟਰੇਟ ਵੱਲੋਂ। ਪ੍ਰੋਸੀਕਿਊਸ਼ਨ ਐਂਡ ਦਾ ਅਕਿਊਜ਼ਡ ਐਂਡ ਓਪਰਚੁਨਿਟੀ ਆਫ ਬੀਇੰਗ ਹਰਡ, ਉਹਨਾਂ ਨੂੰ ਸੁਣ ਕੇ ਇੱਕ ਵਾਰੀ, ਠੀਕ ਹੈ, ਇੱਕ ਵਾਰੀ ਸੁਣ ਕੇ, ਅਕਿਊਜ਼ਡ ਹੈਜ਼ ਕਮਿਟਡ ਐਨ ਅਫੈਂਸ ਟ੍ਰਾਈਬਲ ਅੰਡਰ ਦਿਸ ਚੈਪਟਰ, ਇਹ ਜੇ ਗਰਾਊਂਡਲੈਸ ਹੋਵੇ, he shall be discharged the accused and record his reasons for so doing, ਤਾਂ ਜਿਹੜਾ ਮੈਜਿਸਟਰੇਟ ਹੈ ਉਸ ਨੂੰ ਡਿਸਚਾਰਜ ਕਰ ਸਕਦਾ ਹੈ ਤੇ ਗਰਾਊਂਡ ਦਾ ਕੀ ਕਿਸ ਗਰਾਊਂਡ ਦੇ ਉੱਪਰ ਡਿਸਚਾਰਜ ਕੀਤਾ ਜਾ ਰਿਹਾ ਹੈ ਇਹ ਆਪਣਾ ਹੈਗਾ ਉਸਨੂੰ ਆਪਣੇ ਆਰਡਰ ਦੇ ਵਿੱਚ ਲਿਖਣਾ ਹੁੰਦਾ ਹੈ। ਇਹ ਹੈਗੀ ਇਨੀਸ਼ੀਅਲ ਸਟੇਜ ਦੀ ਗੱਲ। ਦੈਨ ਅਗਰ 240 ਫਰੇਮਿੰਗ ਆਫ ਦਾ ਚਾਰਜ, ਇਫ ਅਪਨ ਸਚ ਕੰਸੀਡਰੇਸ਼ਨ ਐਗਜ਼ਾਮੀਨੇਸ਼ਨ, ਜਦੋਂ ਉੱਪਰ ਜਿਹੜੇ ਸੈਕਸ਼ਨ 238 ਦੇਖ ਲਿਆ, 239 ਦੇਖ ਲਿਆ, ਇਸ ਤੋਂ ਬਾਅਦ ਕੀ ਹੋਏਗਾ, if upon such consideration examination if any and hearing the magistrate is of the opinion, ਜਦੋਂ ਮੈਜਿਸਟਰੇਟ ਨੂੰ ਲੱਗੇ ਵੀ ਹਾਂ ਬਾਕੀ ਕੋਈ ਇਦਾਂ ਦਾ ਅਫੈਂਸ ਲੱਗਦਾ ਹੈ ਵੀ ਇਸਨੇ ਕਮਿਟ ਕੀਤਾ ਹੋਏਗਾ, ਫਾਈਨਲ ਡਿਸੀਜਨ ਨਹੀਂ ਕਹਿ ਸਕਦੇ, ਫਾਈਨਲ ਡਿਸੀਜਨ ਤਾਂ ਜਦੋਂ ਪ੍ਰੋਸੀਡਿੰਗ ਹੋਏਗੀਆਂ ਸਾਰੀਆਂ ਉਸ ਤੋਂ ਬਾਅਦ ਹੀ ਕਿਹਾ ਜਾ ਸਕਦਾ ਵੀ ਹਾਂ ਇਸਨੇ ਅਫੈਂਸ ਕਮਿਟ ਕੀਤਾ ਹੈ। ਇਹ ਹੁੰਦਾ ਡਾਊਟ ਵੀ ਹਾਂ ਕਮਿਟ ਕੀਤਾ ਹੋਏਗਾ, ਇਸ ਤੇ ਪ੍ਰਜ਼ਿਊਮ ਕੀਤਾ ਜਾਂਦਾ ਹੈ। then he shall frame writing a charge against the accused, ਤਾਂ ਫਿਰ ਕੀ ਹੁੰਦਾ ਜਿਹੜਾ ਹੈਗਾ ਚਾਰਜ ਫਰੇਮ ਕੀਤਾ ਜਾਂਦਾ ਹੈ ਅਕਿਊਜ਼ ਦੇ ਅਗੇਂਸਟ। ਜਿਹੜਾ ਚਾਰਜ ਹੁੰਦਾ ਹੈ ਦੋਸ਼ ਪੱਤਰ ਜਿਹਨੂੰ ਕਹਿੰਦੇ ਅਸੀਂ, ਜਦੋਂ ਉਹ ਚਾਰਜ ਲਗਾਇਆ ਜਾਂਦਾ ਹੈ ਉਦੋਂ ਜਿਹੜਾ ਅਕਿਊਜ਼ ਹੁੰਦਾ ਉਹ ਕੋਰਟ ਦੇ ਵਿੱਚ ਹਾਜ਼ਰ ਹੁੰਦਾ ਹੈ ਤੇ ਉਸ ਨੂੰ ਪੜ੍ਹ ਕੇ ਸੁਣਾਇਆ ਜਾਂਦਾ ਹੈ, ਐਕਸਪਲੇਨ ਕੀਤਾ ਜਾਂਦਾ ਹੈ, ਠੀਕ ਹੈ। the charge shall be then read, explained to the accused and he shall be asked whether he pleads guilty of the offence or claims to be tried, ਪੁੱਛਿਆ ਜਾਂਦਾ ਮੈਜਿਸਟਰੇਟ ਵੱਲੋਂ ਅਕਿਊਜ਼ ਨੂੰ ਵੀ ਤੂੰ ਕੀ ਆਪਣਾ ਜਿਹੜਾ ਇਹ ਦੋਸ਼ ਹੈ ਮਤਲਬ ਕਿ ਮੰਨਦਾ ਹੈ
ਜਾਂ ਫਿਰ ਤੂੰ ਡਿਫੈਂਡ ਕਰਨਾ ਚਾਹੁੰਦਾ ਹੈ। ਠੀਕ ਹੈ, ਜੇ ਤਾਂ ਉਹ ਦੋਸ਼ ਮੰਨਦਾ ਹੋਵੇ ਆਪਦਾ ਵੀ ਹਾਂ ਇਹ ਮੈंने offense ਕਮਿਟ ਕੀਤਾ ਹੈ, ਤਾਂ ਸੈਕਸ਼ਨ 240 ਦੇ ਤਹਿਤ ਕੀ ਹੈਗਾ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਠੀਕ ਹੈ, ਜੇ ਉਹ ਕਹਿੰਦਾ ਮੈਂ ਨਹੀਂ ਮਤਲਬ ਕਿ ਕੋਈ ਜੁਰਮ ਨਹੀਂ ਕੀਤਾ, ਮੈਂ ਆਪਦੇ ਜਿਹੜਾ ਇਹ ਮੇਰੇ ਤੇ offense ਲਗਾਇਆ ਗਿਆ ਹੈਗਾ, ਦੋਸ਼ ਲਗਾਇਆ ਗਿਆ, ਮੈਂ ਇਸ ਨੂੰ ਟਰਾਈ ਕਰਨਾ ਹੈਗਾ, ਇਸ ਨੂੰ ਡਿਫੈਂਡ ਕਰਨਾ ਹੈਗਾ, ਤਾਂ ਅਗਲੀ ਕਾਰਵਾਈ ਚੱਲਦੀ ਹੈ। 241 ਦੇ ਵਿੱਚ ਕਿਹਾ ਗਿਆ ਕਨਵਿਕਸ਼ਨ ਔਨ ਪਲੀ ਆਫ ਗਿਲਟੀ, ਜੋ ਆਪਦੀ ਗਿਲਟੀ ਨੂੰ ਮਤਲਬ ਕਿ ਮੰਨਦਾ ਹੈਗਾ, ਐਡਮਿਟ ਕਰਦਾ ਹੈ, ਤਾਂ ਸੈਕਸ਼ਨ 241 ਦੇ ਤਹਿਤ ਉਸ ਨੂੰ ਕੀ ਹੈਗੀ ਹੈ ਕਨਵਿਕਸ਼ਨ ਕੀਤੀ ਜਾਂਦੀ, ਸਜ਼ਾ ਕਰ ਸੁਣਾ ਦਿੱਤੀ ਜਾਂਦੀ ਹੈ ਕੋਰਟ ਵੱਲੋਂ। ਫਿਰ ਜਿਹੜੀਆਂ ਫਰਦਰ ਪ੍ਰੋਸੀਡਿੰਗ ਜਿਹੜੀਆਂ ਹੈਗੀਆਂ ਨੇ ਨਹੀਂ ਚੱਲਦੀਆਂ। ਦੈਨ 242 ਚ ਹੈਗਾ ਐਵੀਡੈਂਸ ਫॉर द ਪ੍ਰੋਸੀਕਿਊਸ਼ਨ, ਜੇ ਉਹ ਕਹਿੰਦਾ ਵੀ ਨਹੀਂ ਮੈंने ਕੋਈ ਜੁਰਮ ਨਹੀਂ ਕੀਤਾ, ਠੀਕ ਹੈ, ਤਾਂ ਆਪਦੀ ਜਿਹੜਾ ਡਿਫੈਂਡ ਕਰਦਾ ਹੈ ਉਹ ਆਪਣੇ ਅਗੇਂਸਟ ਦਾ ਰਿਫਿਊਜ਼ ਕਰਦਾ ਹੈਗਾ। ਇਫ ਦ ਅਕਿਊਜ਼ਡ ਰਿਫਿਊਜ਼ਸ ਟੂ ਪਲੀਡ ਔਰ ਡਸ ਨਾਟ ਪਲੀਡ ਔਰ ਕਲੇਮਸ ਟੂ ਬੀ ਟਰਾਈਡ, ਜੋ ਕਹਿੰਦਾ ਮੈਂ ਡਿਫੈਂਡ ਕਰਨਾ ਕੇਸ ਨੂੰ, ਮੈਂ ਕੋਈ ਜੁਰਮ ਨਹੀਂ ਕੀਤਾ ਹੈਗਾ, ਤਦ ਕੀ ਹੁੰਦਾ, ਤਾਂ ਪ੍ਰੋਸੀਕਿਊਸ਼ਨ ਜਿਹੜੀ ਹੁੰਦੀ ਹੈ ਦਾ ਮੈਜਿਸਟ੍ਰੇਟ ਮੇ ਔਨ ਦਾ ਐਪਲੀਕੇਸ਼ਨ ਆਫ ਦਾ ਪ੍ਰੋਸੀਕਿਊਸ਼ਨ ਇਸ਼ੂ ਏ ਸਮਨ, ਤਾਂ ਜਿਹੜੇ ਵਿਟਨਸ ਹੁੰਦੇ ਨੇ ਪ੍ਰੋਸੀਕਿਊਸ਼ਨ ਵੱਲੋਂ ਆਪਣੇ ਵਿਟਨਸ ਦੀ ਜਿਹੜੀ ਲਿਸਟ ਹੁੰਦੀ ਹੈ ਉਹ FIR ਦੇ ਨਾਲ ਜਦੋਂ ਚਲਾਨ ਪੇਸ਼ ਕੀਤਾ ਜਾਂਦਾ ਉਹਦੇ ਨਾਲ ਲਗਾਈ ਜਾਂਦੀ ਹੈ। ਤਾਂ ਜਿਹੜੇ ਵਿਟਨਸ ਨੂੰ ਪ੍ਰੋਸੀਕਿਊਸ਼ਨ ਬੁਲਾਉਣਾ ਚਾਹੁੰਦੀ ਹੈ ਤਾਂ ਉਹ ਕਾਰਵਾਈ ਸਟਾਰਟ ਕੀਤੀ ਜਾਂਦੀ ਹੈ, ਵਿਟਨਸ ਬੁਲਾਏ ਜਾਂਦੇ ਹੈ, ਸਮਨ ਜਾਰੀ ਕੀਤਾ ਜਾਂਦਾ ਹੈ, ਡੇਟ ਫਿਕਸ ਕੀਤੀ ਜਾਂਦੀ ਹੈ। Magistrate shall proceed to take all such evidence as may be produced in support of the prosecution, prosecution ਦੀ support ਦੇ ਵਿੱਚ ਜਿਹੜੀ ਗਵਾਹੀਆਂ ਹੈਗੀਆਂ ਨੇ ਉਹ ਲਈਆਂ ਜਾਂਦੀਆਂ ਨੇ, provided that the magistrate may permit the cross examination of any witness to be deferred until ਯਾਨੀ ਕਿ cross examination ਵੀ ਉਸ ਜਿਹੜੇ ਵਿਟਨਸ ਪੇਸ਼ ਕੀਤੇ ਜਾਂਦੇ ਨੇ ਪ੍ਰੋਸੀਕਿਊਸ਼ਨ ਦੇ ਵੱਲੋਂ, ਉਹ ਵਿਟਨਸ ਦੀ ਜਿਹੜੀ ਹੈਗੀ ਹੈ ਕ੍ਰਾਸ ਐਗਜ਼ਾਮੀਨੇਸ਼ਨ ਵੀ ਜਿਹੜੀ ਪਾਰਟੀ ਜਿਹੜੀ ਹੈਗੀ ਹੈ ਅਕਿਊਜ਼ਡ ਪਾਰਟੀ ਉਹਦੇ ਵਕੀਲ ਵੱਲੋਂ ਕ੍ਰਾਸ ਐਗਜ਼ਾਮਿਨ ਵੀ ਉਹਨੂੰ ਕੀਤਾ ਜਾਂਦਾ ਹੈ। ਫਿਰ ਉਸ ਤੋਂ ਬਾਅਦ ਆ ਜਾਂਦਾ ਹੈ ਐਵੀਡੈਂਸ ਫਾਰ ਦਾ ਡਿਫੈਂਸ। ਪਹਿਲਾਂ ਜਦੋਂ ਗਵਾਹੀਆਂ ਸਾਰੀਆਂ ਪ੍ਰੋਸੀਕਿਊਸ਼ਨ ਵੱਲੋਂ ਗਵਾਹੀਆਂ ਹੋ ਜਾਂਦੀਆਂ ਨੇ ਸਾਰੀਆਂ, ਦੈਨ ਫਿਰ ਜਿਹੜਾ ਹੈਗਾ ਉਹਨਾਂ ਜਿਹੜੇ ਵਿਟਨਸ ਹੁੰਦੇ ਨੇ ਉਹਨਾਂ ਨੂੰ ਕ੍ਰਾਸ ਵੀ ਕਰ ਲਿਆ ਜਾਂਦਾ ਹੈਗਾ ਅਕਿਊਜ਼ ਦੇ ਵਕੀਲ ਵੱਲੋਂ। ਫਿਰ ਜਿਹੜੀ ਐਵੀਡੈਂਸ ਸਟਾਰਟ ਹੁੰਦੀ ਹੈ ਡਿਫੈਂਸ ਦੀ, ਅਕਿਊਜ਼ ਪਰਸਨ ਦੀ ਜਿਹੜੀ ਐਵੀਡੈਂਸ ਹੈ ਉਹ ਸਟਾਰਟ ਹੋ ਜਾਂਦੀ ਹੈ। ਤਾਂ ਅਕਿਊਜ਼ ਸੈਕਸ਼ਨ 243 ਦੇ ਵਿੱਚ ਕਿਹਾ ਹੈਗਾ ਦਾ ਅਕਿਊਜ਼ ਸ਼ੈਲ ਦੈਨ ਬੀ ਕਾਲਡ ਅਪਨ ਟੂ ਐਂਟਰ ਅਪਨ ਹਿਸ ਡਿਫੈਂਸ, ਤਾਂ ਫਿਰ ਉਹਨੂੰ ਆਪਣਾ ਡਿਫੈਂਸ ਸਾਬਤ ਕਰਨ ਦੇ ਲਈ ਆਪਣਾ ਡਿਫੈਂਸ ਪੇਸ਼ ਕਰਨ ਦੇ ਲਈ ਕਿਹਾ ਜਾਂਦਾ ਹੈ, ਤੇ ਗਵਾਹੀਆਂ ਮਤਲਬ ਕਿ ਦੇਣ ਦੇ ਲਈ ਕਿਹਾ ਜਾਂਦਾ, ਉਹ ਵੀ ਆਪਣੀ ਜਿਹੜੀ ਗਵਾਹਾਂ ਦੀ ਲਿਸਟ ਹੈ ਉਹਦੇ ਵੱਲੋਂ ਦਿੱਤੀ ਜਾਂਦੀ ਹੈ, ਤੇ ਰਿਟਨ ਸਟੇਟਮੈਂਟ ਉਹਦੇ ਵੱਲੋਂ ਦਿੱਤੀ ਜਾਂਦੀ ਹੈ ਅਕਿਊਜ਼ ਵੱਲੋਂ। ਤਾਂ ਮੈਜਿਸਟਰੇਟ ਸ਼ੈਲ ਫਾਈਲ ਇਟ ਵਿਦ ਦਾ ਰਿਕਾਰਡ, ਜਿਹੜੀ ਵੀ ਸਟੇਟਮੈਂਟ ਉਹ ਦਿੰਦਾ ਹੈਗਾ ਆਪਣੇ ਡਿਫੈਂਸ ਦੇ ਵਿੱਚ, ਪਹਿਲਾਂ ਤਾਂ ਉਹ ਖੁਦ ਆ ਕੇ ਪੇਸ਼ ਹੁੰਦਾ ਹੈ, ਠੀਕ ਹੈ, ਆਪਣੇ ਵੱਲੋਂ ਉਹਦੀ ਆਪਣੀ ਸਟੇਟਮੈਂਟ ਹੁੰਦੀ ਹੈ, ਦੈਨ ਫਿਰ ਉਹਦੇ ਜਿਹੜੇ ਵਿਟਨਸ ਹੁੰਦੇ ਆ ਉਹਨਾਂ ਨੂੰ ਬੁਲਾਇਆ ਜਾਂਦਾ ਹੈ, ਜਿਹੜੇ ਉਹਦੇ ਵਿਟਨਸ ਹੁੰਦੇ ਨੇ ਉਹਨਾਂ ਨੂੰ ਵੀ ਜਿਹੜਾ ਕ੍ਰਾਸ ਕੀਤਾ ਜਾ ਸਕਦਾ ਹੈ ਪ੍ਰੋਸੀਕਿਊਸ਼ਨ ਦੇ ਵੱਲੋਂ। If the accused after he had entered upon his defense applies to the magistrate to issue any process for compelling the attendance, ਆਪਣੇ ਗਵਾਹ ਨੂੰ ਬੁਲਾਉਣ ਦੇ ਲਈ ਸਮਨਿੰਗ ਜਾਰੀ ਕਰਵਾ ਸਕਦਾ ਹੈ ਕੋਰਟ ਵੱਲੋਂ। ਫਿਰ ਉਹਨਾਂ ਦੀ ਕ੍ਰਾਸ ਐਗਜ਼ਾਮੀਨੇਸ਼ਨ ਕੀਤੀ ਜਾਂਦੀ ਹੈ ਪ੍ਰੋਸੀਕਿਊਸ਼ਨ ਦੇ ਵੱਲੋਂ। ਡਿਫੈਂਸ ਦੇ ਜਿਹੜੇ ਵਿਟਨਸ ਹੁੰਦੇ ਨੇ ਉਹਨਾਂ ਨੂੰ ਵੀ ਕ੍ਰਾਸ ਕੀਤਾ ਜਾ ਸਕਦਾ ਹੈਗਾ। ਤਾਂ ਮੈਜਿਸਟਰੇਟ ਮੇ ਬਿਫੋਰ ਸਮਨਿੰਗ ਐਨੀ ਵਿਟਨਸ on an application under section 2 require that the reasonable expenses, ਤਾਂ ਜਿਹੜੇ reasonable expenses ਹੁੰਦੇ ਆ ਉਹ ਵੀ ਜਿਹੜੇ ਗਵਾਹ ਹੁੰਦੇ ਨੇ ਉਹਨੂੰ ਦਵਾਏ ਜਾਂਦੇ ਨੇ। then ਅਗਰ cases instituted otherwise then on the police report, ਕੁਝ ਕੇਸ ਜਿਹੜੇ ਹੈਗੇ ਪੁਲਿਸ ਦੀ ਰਿਪੋਰਟ ਤੋਂ ਬਗੈਰ ਵੀ ਜਿਹੜੀ ਕੋਰਟ ਦੇ ਵਿੱਚ ਕਿਸੇ ਕੰਪਲੇਂਟ ਦੇ ਬੇਸਿਸ ਤੇ ਕਿਸੇ ਇਨਫੋਰਮੇਸ਼ਨ ਦੇ ਬੇਸਿਸ ਤੇ ਦਰਜ ਕੀਤੇ ਜਾਂਦੇ ਹੈਗੇ ਆ, ਉਹਦੀ ਗੱਲ ਕੀਤੀ ਗਿਆ ਸੈਕਸ਼ਨ 244 ਦੇ ਵਿੱਚ ਐਵੀਡੈਂਸ ਫਾਰ ਦਾ ਪ੍ਰੋਸੀਕਿਊਸ਼ਨ। ਸੇਮ ਉਹੀ ਚੀਜ਼ ਆ ਕੇ ਫਿਰ ਦੁਬਾਰਾ ਰਿਪੀਟਿੰਗ ਹੋ ਜਾਂਦੀ ਹੈ। ਵੈਨ ਇਨ ਐਨੀ ਵਾਰੰਟ ਕੇਸ ਇੰਸਟੀਟਿਊਟਡ ਅਦਰਵਾਈਜ਼ ਦੈਨ ਔਨ ਦਾ ਪੁਲਿਸ ਰਿਪੋਰਟ ਦ ਅਕਿਊਜ਼ਡ ਅਪੀਅਰਸ ਇਜ਼ ਬ੍ਰੌਟ ਬਿਫੋਰ ਏ ਮੈਜਿਸਟ੍ਰੇਟ ਸ਼ੈਲ ਪ੍ਰੋਸੀਡ ਟੂ ਹੀਅਰ ਦਾ ਪ੍ਰੋਸੀਕਿਊਸ਼ਨ। ਤਾਂ ਪ੍ਰੋਸੀਕਿਊਸ਼ਨ ਸੁਣਿਆ ਜਾਂਦਾ ਹੈ, ਫਿਰ ਐਪਲੀਕੇਸ਼ਨ ਪ੍ਰੋਸੀਕਿਊਸ਼ਨ ਵੱਲੋਂ ਆਉਂਦੀ ਹੈ ਵੀ ਕਿਹੜੇ ਕਿਹੜੇ ਸਮਨ ਸਾਰੇ ਕਿਹੜੇ ਕਿਹੜੇ ਗਵਾਹ ਹੈਗੇ ਉਹਨੂੰ ਬੁਲਾਇਆ ਜਾਂਦਾ ਹੈ, ਠੀਕ ਹੈ। ਵੈਨ ਅਕਿਊਜ਼ਡ ਸ਼ੈਲ ਬੀ ਡਿਸਚਾਰਜ, ਜੇਕਰ ਸੈਕਸ਼ਨ 245 ਚ ਕਿਹਾ ਗਿਆ ਵੈਨ ਅਕਿਊਜ਼ਡ ਸ਼ੈਲ ਬੀ ਡਿਸਚਾਰਜ, ਜਿੱਥੇ ਕਿਤੇ ਕੋਈ ਗਰਾਊਂਡ ਨਾ ਬਣਦੀ ਹੋਵੇ ਵਿਦਆਊਟ ਪੁਲਿਸ ਰਿਪੋਰਟ ਤੋਂ ਜਿਹੜਾ ਪਰਚਾ ਦਰਜ ਕੀਤਾ ਗਿਆ ਹੋਵੇ, ਜਿੱਥੇ ਕਿਤੇ ਗਰਾਊਂਡ ਨਾ ਬਣਦੀ ਹੋਵੇ, ਕੋਈ ਗਰਾਊਂਡਲੈਸ ਕੇਸ ਹੋਵੇ, ਤਾਂ ਜਿਹੜਾ ਅਕਿਊਜ਼ਡ ਹੈਗਾ ਸੈਕਸ਼ਨ 245 ਦੇ ਤਹਿਤ ਉਸਨੂੰ ਡਿਸਚਾਰਜ ਕਰ ਦਿੱਤਾ ਜਾਂਦਾ ਹੈ। ਪ੍ਰੋਸੀਜਰ ਵੇਅਰ ਅਕਿਊਜ਼ਡ ਇਜ਼ ਨਾਟ ਡਿਸਚਾਰਜ, ਜਿੱਥੇ ਅਕਿਊਜ਼ਡ ਨੂੰ ਡਿਸਚਾਰਜ ਨਹੀਂ ਕੀਤਾ ਗਿਆ ਹੁੰਦਾ, ਠੀਕ ਹੈ, ਤਾਂ ਫਿਰ ਉਹਦਾ ਪ੍ਰੋਸੀਜਰ ਕੀ ਹੁੰਦਾ, ਉਹਦਾ ਪ੍ਰੋਸੀਜਰ ਫਿਰ ਉਹੀ ਹੁੰਦਾ ਸੇਮ। ਇਹ 'ਚ ਕੋਈ ਉਹ ਨਹੀਂ ਹੈਗਾ, ਪਹਿਲਾਂ ਜਿਹੜੀ ਪ੍ਰੋਸੀਕਿਊਸ਼ਨ ਦੀ ਵਿੱਚ ਉਹ ਗਵਾਹ ਹੁੰਦੀਆਂ ਨੇ
ठीक है। फिर ਉਹਨੂੰ ਜਦੋਂ ਪ੍ਰਜ਼ੂਮ ਕਰ ਲਿਆ ਜਾਵੇ ਵੀ ਹਾਂ ਵਾਕਈ ਇਸ ਨੇ ਕੋਈ ਜੁਰਮ ਕੀਤਾ ਹੋ ਸਕਦਾ ਹੈ, ਸੇਮ ਉਹੀ ਮਤਲਬ ਕਿ ਜਿਹੜਾ ਪਹਿਲਾਂ ਅਸੀਂ ਪੜ੍ਹ ਕੇ ਗਏ ਹਾਂ ਉਹਦੀ ਚਾਰਜ ਫਰੇਮ ਕੀਤਾ ਜਾਂਦਾ ਹੈ, ਉਸਨੂੰ ਪੜ੍ਹ ਕੇ ਸੁਣਾਇਆ ਜਾਂਦਾ ਹੈ। ਠੀਕ ਹੈ, ਉਹਦੀ ਕਾਪੀ ਦਿੱਤੀ ਜਾਂਦੀ ਹੈ, ਪਲੀਜ਼ ਗਿਲਟੀ, ਉਹਨੂੰ ਪੁੱਛਿਆ ਜਾਂਦਾ ਵੀ ਤੁਸੀਂ ਆਪਦਾ ਜੁਰਮ ਕਬੂਲ ਕਰਦੇ ਹੋ ਜਾਂ ਨਹੀਂ ਕਰਦੇ। ਜੋ ਕਹਿੰਦਾ ਮੈਂ ਜੁਰਮ ਕਬੂਲ ਕਰਦਾ ਤਾਂ ਉਸਨੂੰ ਅੱਗੇ ਜਾ ਕੇ ਸਜ਼ਾ ਦਿੱਤੀ ਜਾਂਦੀ ਹੈ। ਜੇ ਉਹ ਕਹਿੰਦਾ ਮੈਂ ਆਪਣੇ ਡਿਫੈਂਸ ਜਿਹੜਾ ਲੈਣਾ ਹੈਗਾ ਆਪਣੇ ਗਲਤ ਹੈਗਾ ਤਾਂ ਉਸਨੂੰ ਜਿਹੜਾ ਹੈਗਾ ਕਾਰਵਾਈ ਫਰਦਰ ਅੱਗੇ ਚਲਾਈ ਜਾਂਦੀ ਹੈਗੀ ਹੈ। Evidence for the defense. The accused shall then be called upon to enter upon his defense and produce his evidence. ਫਿਰ ਉਹੀ ਸੇਮ ਆ ਗਿਆ, ਜਦੋਂ ਉਹ ਜੋ ਕਹਿੰਦਾ ਮੈਂ ਕੋਈ ਜੁਰਮ ਨਹੀਂ ਕੀਤਾ ਤਾਂ ਉਹਦਾ ਜਿਹੜਾ ਡਿਫੈਂਸ ਹੈ ਉਸਨੂੰ ਮੌਕਾ ਦਿੱਤਾ ਜਾਂਦਾ ਹੈ। ਕੰਕਲੂਜਨ ਆਫ ਦਾ ਟ੍ਰਾਇਲ, ਐਕਵਿਟਲ ਔਰ ਕਨਵਿਕਸ਼ਨ। ਫਿਰ ਟ੍ਰਾਇਲ ਕੀਤਾ ਜਾਂਦਾ, ਟ੍ਰਾਇਲ ਦੇ ਵਿੱਚ ਕੀ ਹੈ ਕੰਕਲੂਜਨ ਕੀਤਾ ਜਾਂਦਾ, ਚਾਹੇ ਉਹਨੂੰ ਸਜ਼ਾ ਹੋਵੇ ਜਾਂ ਫਿਰ ਉਸਨੂੰ ਮਾਫ ਕਰਤਾ ਜਾਂਦਾ ਹੈ ਜੇਕਰ ਉਹਦੇ ਅਗੇਂਸਟ ਕੋਈ ਐਵੀਡੈਂਸਿਸ ਨਾ ਮਿਲੀ ਹੋਵੇ। Exercise section 249, absence of the complainant। ਕਿਸੇ ਦੀ ਕੰਪਲੇਂਟ ਦੇ ਬੇਸਿਸ ਤੇ ਜਦੋਂ ਕੋਈ ਪਰਚਾ ਦਰਜ ਹੋਇਆ ਹੁੰਦਾ ਹੈ, ਜੇ ਕੰਪਲੇਨੈਂਟ ਖੁਦ ਹਾਜ਼ਰ ਨਾ ਆਵੇ, when the proceedings have been instituted upon the complaint and on any day fixed, ਜਦੋਂ ਕਿਸੇ ਡੇਟ ਫਿਕਸ ਕੀਤੀ ਹੋਈ ਹੁੰਦੀ ਹੈ ਉਸ ਡੇਟ ਤੇ ਜਿਹੜਾ ਕੰਪਲੇਂਟ ਹੈ ਹਾਜ਼ਰ ਨਾ ਆਵੇ ਤਾਂ ਜਿਹੜਾ ਹੈਗਾ at any time before the charge has been framed, discharge the accused, ਤਾਂ ਕੋਰਟ ਵੱਲੋਂ ਜਿਹੜਾ accused ਹੈਗਾ ਉਸਨੂੰ ਡਿਸਚਾਰਜ ਕਰ ਦਿੱਤਾ ਜਾਂਦਾ ਹੈ ਜਦੋਂ ਅਜੇ ਚਾਰਜ ਨਾ ਲੱਗਿਆ ਹੋਵੇ। ਚਾਰਜ ਲੱਗਣ ਤੋਂ ਪਹਿਲਾਂ ਨਿਯਤ ਡੇਟ ਦੇ ਉੱਪਰ ਜਦੋਂ ਕੰਪਲੇਂਟ ਹਾਜ਼ਰ ਨਾ ਆਵੇ ਤਾਂ ਸੈਕਸ਼ਨ 249 ਸੀਗਾ ਐਬਸੈਂਟ ਹੋਏ ਜੇ ਕੰਪਲੇਨੈਂਟ ਖੁਦ ਹਾਜ਼ਰ ਨਾ ਹੋਵੇ ਕੋਰਟ ਦੇ ਵਿੱਚ ਨਿਯਤ ਡੇਟ ਦੇ ਉੱਪਰ ਚਾਰਜ ਲੱਗਣ ਤੋਂ ਪਹਿਲਾਂ, ਤਾਂ ਜਿਹੜਾ ਕੋਰਟ ਹੈ ਕਿ ਉਸ ਨੂੰ ਡਿਸਚਾਰਜ ਕਰ ਸਕਦੇ ਆ ਕਿ ਉਸ ਨੂੰ। ਤਾਂ 250 ਦੇ ਵਿੱਚ ਹੈਗਾ ਜੀ ਕੰਪਨਸੇਸ਼ਨ ਫਾਰ ਦਾ ਐਕੁਜੀਸ਼ਨ ਵਿਦਆਊਟ ਰੀਜ਼ਨੇਬਲ ਕਾਜ਼, ਜੇਕਰ ਜਿਹੜੀ ਕੰਪਲੇਂਟ ਹੈ ਗਲਤ ਸਾਬਤ ਹੋ ਜਾਂਦੀ ਹੈ, ਠੀਕ ਹੈ, ਬੇਲੋੜੀ ਕੰਪਲੇਂਟ ਹੈਗੀ ਹੈ ਤਾਂ ਜਿਹੜੇ ਕੰਪਨਸੇਸ਼ਨ ਉਸ ਨੂੰ ਕੰਪੈਲ ਵੀ ਕੀਤਾ ਜਾ ਸਕਦਾ, ਕੋਰਟ ਆਰਡਰ ਕਰ ਸਕਦੀ ਹੈ ਜਿਹੜਾ ਕੰਪਲੇਨੈਂਟ ਹੈਗਾ ਵੀ ਜਿਹੜਾ ਅਕਿਊਜ਼ਡ ਹੈ ਉਸ ਨੂੰ ਸਫੀਸ਼ੀਐਂਟ ਜਿਹੜੇ ਹੈਗੇ ਨੇ ਚਾਰ ਕੰਪਨਸੇਸ਼ਨ ਦਿੱਤਾ ਜਾਵੇ ਉਹਦੀ ਹਰਾਸ਼ਮੈਂਟ ਦੇ ਲਈ। ਮੈਜਿਸਟਰੇਟ ਮੇ ਇਨ ਡਿਫਾਲਟ ਆਫ ਦਾ ਪੇਮੈਂਟ, ਜੇਕਰ ਉਹ ਪੇਮੈਂਟ ਨਹੀਂ ਦਿੰਦਾ ਹੈਗਾ 30 ਡੇਜ਼ ਦੇ ਅੰਦਰ ਸੌਰੀ ਇਨ ਡਿਫਾਲਟ ਆਫ ਦਾ ਪੇਮੈਂਟ ਸਿੰਪਲ ਇੰਪ੍ਰਿਜ਼ਨਮੈਂਟ, ਤਾਂ 30 ਦਿਨ ਦੇ ਲਈ ਕੋਰਟ ਜੇਲ੍ਹ 'ਚ ਵੀ ਭੇਜਿਆ ਜਾ ਸਕਦਾ ਕੰਪਲੇਨੈਂਟ ਨੂੰ। ਝੂਠੀ ਸ਼ਿਕਾਇਤ ਕਰਨ ਵਾਲੇ ਬੰਦੇ ਨੂੰ 30 ਦਿਨ ਦੇ ਲਈ ਕੋਰਟ ਦੇ ਵਿੱਚ ਵੀ ਜੇਲ੍ਹ ਦੇ ਵਿੱਚ ਵੀ ਭੇਜਿਆ ਜਾ ਸਕਦਾ ਹੈਗਾ। When any person is imprisoned under subsection 3, the provisions of section 68, 69 shall so far as may be apply. No person ਇਸ ਤੋਂ ਇਲਾਵਾ ਕੰਪਲੇਂਟ ਕਿਸੇ ਨੇ ਝੂਠੀ ਕੀਤੀ ਸੀਗੀ, ਬੇਸ਼ੱਕ ਉਸਨੂੰ ਫਾਈਨ ਕਰਤਾ, ਬੇਸ਼ੱਕ ਉਹਨੂੰ ਜੇਲ੍ਹ ਦੇ ਵਿੱਚ ਵੀ ਭੇਜਤਾ, ਪਰ ਫਿਰ ਵੀ ਜਿਹੜਾ ਪਰਸਨ ਜਿਸ ਦੇ ਅਗੇਂਸਟ ਕੰਪਲੇਂਟ ਕੀਤੀ ਸੀਗੀ ਉਹਦੇ ਕੋਲ ਅਧਿਕਾਰ ਹੈਗਾ, ਠੀਕ ਹੈ, ਉਹਦੇ ਖਿਲਾਫ ਦਾਵਾ ਪਾਉਣ ਤੋਂ ਨਹੀਂ ਰੋਕਿਆ ਜਾ ਸਕਦਾ, ਮਤਲਬ ਕਿ ਮਾਨਹਾਨੀ ਦਾ ਦਾਵਾ ਪਾਇਆ ਜਾ ਸਕਦਾ ਉਸ ਵਿਅਕਤੀ ਵੱਲੋਂ। ਬੇਸ਼ੱਕ ਇਸ ਪਰ ਕੰਪਲੇਂਟ ਨੂੰ ਕੋਰਟ ਨੇ ਸਜ਼ਾ ਵੀ ਕਰ ਦਿੱਤੀ ਹੋਵੇ 30 ਦਿਨ ਦੇ ਲਈ ਜਾਂ ਫਾਈਨ ਵੀ ਕਰ ਦਿੱਤਾ ਹੋਵੇ, ਫਿਰ ਵੀ ਸਬਸੈਕਸ਼ਨ 5 ਵਿੱਚ ਕਿਹਾ ਗਿਆ ਹੈ no person who has been directed to pay the compensation under section shall be by reason of such order be exempted from any civil or criminal liability। ਸਿਵਲ ਲਾਇਬਿਲਿਟੀ ਜਾਂ ਕ੍ਰਿਮੀਨਲ ਲਾਇਬਿਲਿਟੀ ਵੀ ਉਹਦੇ ਅਗੇਂਸਟ ਜਿਹੜੀ ਹੈਗੀ ਹੈ ਪ੍ਰੋਸੀਡਿੰਗ ਸਟਾਰਟ ਕੀਤੀ ਜਾ ਸਕਦੀਆਂ ਨੇ ਉਸ ਪਰਸਨ ਵੱਲੋਂ ਜਿਹਦੇ ਖਿਲਾਫ ਉਹਨੇ ਝੂਠੀ ਸ਼ਿਕਾਇਤ ਕੀਤੀ ਸੀਗੀ। ਜੇ ਕੋਈ ਕੰਪਨਸੇਸ਼ਨ ਕਿਸੇ ਨੂੰ ਕੰਪਨਸੇਸ਼ਨ ਦੇਣ ਦੀ ਗੱਲ ਕੀਤੀ ਗਈ ਹੈ ਕੋਰਟ ਵਿੱਚ ਉੱਪਰਲੇ ਸੈਕਸ਼ਨਾਂ ਦੇ ਵਿੱਚ, ਤਾਂ ਇਹ ਸਬਸੈਕਸ਼ਨ 6 ਦੇ ਵਿੱਚ ਉਹ ਬੰਦਾ ਅਪੀਲ ਵੀ ਕਰ ਸਕਦਾ ਜਿਹੜਾ ਕੰਪਲੇਨੈਂਟ ਹੈ,
ਜੇ ਉਹਨੂੰ ਲੱਗਦਾ ਵੀ ਜਿਹੜਾ ਇਹ ਆਰਡਰ ਹੈਗਾ ਕੰਪਨਸੇਸ਼ਨ ਦੇਣ ਦਾ ਮੇਰੇ ਵੱਲੋਂ a complainant or informant who has been ordered under subsection 2 to pay the compensation exceeding 100 rupees ਜੇ 100 ਰੁਪਏ ਤੋਂ ਜ਼ਿਆਦਾ ਕੋਈ ਕੰਪਨਸੇਸ਼ਨ ਦੇਣ ਦੀ ਆਰਡਰ ਕੀਤਾ ਕੋਰਟ ਨੇ ਤਾਂ ਹੀ ਮੇ ਅਪੀਲ ਫਰੋਮ ਆਰਡਰ ਐਜ਼ ਕੰਪਲੇਨੈਂਟ। ਜਿਹੜਾ ਕੰਪਲੇਨੈਂਟ ਹੈ ਜਾਂ ਇਨਫੋਰਮੈਂਟ ਹੈ ਜਿਹਨੇ ਕੋਈ ਰਿਫਰੈਸ਼ਨ ਦਿੱਤੀ ਸੀ ਉਹ ਉਹਦੀ ਅਪੀਲ ਵੀ ਫਾਈਲ ਕਰ ਸਕਦਾ ਹੈਗਾ। ਨੈਕਸਟ ਆ ਗਿਆ ਤੁਹਾਡਾ ਚੈਪਟਰ ਨੰਬਰ 20 ਟ੍ਰਾਇਲ ਆਫ ਸਮਨ ਕੇਸਸ। ਆਪਾਂ ਪਹਿਲਾਂ ਪੜ੍ਹ ਕੇ ਸੀ ਟ੍ਰਾਇਲ ਆਫ ਵਾਰੰਟ ਕੇਸਸ ਦੇ, ਇਹ ਹੈਗਾ ਸਮਨ ਕੇਸਸ ਜਿਹਨਕੀ ਜਿਹਦੇ ਵਿੱਚ ਥੋੜੀ ਸਜ਼ਾ ਕੀਤੀ ਜਾ ਸਕਦੀ ਹੋਵੇ, ਥੋੜੀ ਸਜ਼ਾ ਹੁੰਦੀ ਹੈ। Section 251 substance of acquisition to be stated when in the summon cases the accused appears ਜਦੋਂ ਕੋਰਟ ਦੇ ਵਿੱਚ ਮੈਜਿਸਟ੍ਰੇਟ ਦੇ ਅੱਗੇ ਲਿਆ ਕੇ ਪੇਸ਼ ਕੀਤਾ ਜਾਂਦਾ ਹੈ ਉਸਨੂੰ ਅਕਿਊਜ਼ਡ ਨੂੰ, ਠੀਕ ਹੈ, ਦਾ ਪਾਰਟੀਕੂਲਰ ਆਫ ਦਾ ਆਫੈਂਸ, ਤਾਂ ਉਹਨੂੰ ਦੱਸਿਆ ਜਾਂਦਾ ਵੀ ਤੂੰ ਕੀ ਆਫੈਂਸ ਕਮਿਟ ਕੀਤਾ ਹੈਗਾ, ਕੀ ਤੂੰ ਗਿਲਟੀ ਫੀਲ ਕਰਦਾ ਹੈ ਆਪਦੀ ਜਾਂ ਡਿਫੈਂਸ ਜਾਂ ਫਿਰ ਡਿਫੈਂਸ ਤੂੰ ਲਏਗਾ ਆਪਣੇ ਇਸ ਇਹਦੇ ਵਿੱਚ ਕੇਸ ਦੇ ਵਿੱਚ। But it shall not be necessary to frame a formal charge, ਇਸ ਤੋਂ ਪਹਿਲਾਂ ਫਾਰਮਲ ਚਾਰਜ ਫਰੇਮ ਕਰਨ ਦੀ ਕਹਿੰਦੇ ਲੋੜ ਨਹੀਂ ਹੁੰਦੀ। ਇਹਦੇ ਵਿੱਚ ਸਮਨ ਕੇਸਿਸ ਦੀ ਗੱਲ ਕੀਤੀ ਗਈ ਹੈ। ਜੇ ਉਹ 252 ਚ ਫਿਰ ਉਹੀ ਰਿਪੀਟਿੰਗ ਬਾਰ-ਬਾਰ ਹੋ ਰਹੀ ਹੈ, ਜੇ ਉਹ ਗਿਲਟੀ ਫੀਲ ਕਰ ਰਿਹਾ ਤਾਂ ਉਸਨੂੰ ਸਜ਼ਾ ਸੁਣਾ ਦਿੱਤੀ ਜਾਂਦੀ ਹੈ 253 ਦੇ ਵਿੱਚ। ਜੇ 252 ਦੇ ਵਿੱਚ ਉਹ ਕਨਵਿਕਸ਼ਨ ਔਨ ਪਲੀ ਆਫ ਗਿਲਟੀ ਤਾਂ ਸਜ਼ਾ ਸੁਣਾ ਦਿੱਤੀ ਜਾਂਦੀ ਹੈ। ਜੇਕਰ 253 ਵਿੱਚ ਕਨਵਿਕਸ਼ਨ ਔਨ ਪਲੀ ਆਫ ਗਿਲਟੀ ਇਜ਼ in absence of accused in petty cases, ਕੋਈ ਪੈਟੀ ਕੇਸਿਸ ਹੈਗਾ, ਛੋਟੇ ਮੋਟੇ ਕੋਈ ਕੇਸਿਸ ਹੈਗੇ ਨੇ ਬੇਸ਼ੱਕ, ਅਦਰਵਾਈਜ਼ ਤਾਂ ਲਾਅ ਇਹ ਹੈਗਾ ਵੀ ਜਦੋਂ ਵੀ ਕਿਸੇ ਜਿਹੜਾ ਹੈਗਾ ਅਕਿਊਜ਼ਡ ਹੈਗਾ ਉਹਨੂੰ ਕੋਈ ਸਜ਼ਾ ਸੁਣਾਉਣੀ ਹੋਵੇ ਉਹਦੀ ਪ੍ਰੈਜ਼ੈਂਸ ਜ਼ਰੂਰੀ ਹੁੰਦੀ ਹੈ। ਪਰ ਜਿੱਥੇ ਕੋਈ ਪੈਟੀ ਕੇਸ ਹੈ, ਛੋਟਾ ਮੋਟਾ ਕੇਸ ਹੈਗਾ, ਤਾਂ ਬੇਸ਼ੱਕ ਉਹ ਐਬਸੈਂਟ ਵੀ ਹੋਵੇ ਜਿਹੜਾ ਅਕਿਊਜ਼ਡ ਹੈਗਾ, ਤਦ ਵੀ ਜਿਹੜੀ ਸਜ਼ਾ ਹੋਈ ਹੈ ਛੋਟੀ ਮੋਟੀ ਸਜ਼ਾ ਸੁਣਾਈ ਜਾ ਸਕਦੀ ਹੈ। ਸੈਕਸ਼ਨ 253 ਚ ਕਿਹਾ ਹੈਗਾ ਕਨਵਿਕਸ਼ਨ ਔਨ ਪਲੀ ਆਫ ਗਿਲਟੀ, ਜੋ ਗਿਲਟੀ ਮੰਨ ਲੈਂਦਾ ਆਪਣੀ, ਕਹਿੰਦਾ ਵੀ ਹਾਂ ਮੈਂ ਜੁਰਮ ਕੀਤਾ ਹੈਗਾ, ਤਾਂ ਉਸਨੂੰ ਜਿਹੜੀ ਸਜ਼ਾ ਹੈਗੀ ਹੈ ਉਹਦੀ ਹਾਜ਼ਰੀ ਗੈਰ ਹਾਜ਼ਰੀ ਦੇ ਵਿੱਚ ਵੀ ਸਜ਼ਾ ਸੁਣਾਈ ਜਾ ਸਕਦੀ ਹੈਗੀ ਹੈ। ਫਿਰ ਅਗਲਾ ਪ੍ਰੋਸੀਜਰ ਆ ਗਿਆ ਵੀ ਜਦੋਂ ਨੋਟ ਕਨਵਿਕਟਡ, ਜੇ ਉਹ ਕਹਿੰਦਾ ਮੈਨੇ ਕੋਈ ਜੁਰਮ ਕਬੂਲ ਨਹੀਂ ਕੀਤਾ ਉਸਨੇ ਆਪਣਾ, ਤਾਂ ਉਹ ਕਹਿੰਦਾ ਮੈਂ ਡਿਫੈਂਡ ਕਰਨਾ ਹੈਗਾ, ਕੇਸ ਕਰਤਾ ਹੈ, ਹੀਅਰ ਟੂ ਦਾ ਅਕਿਊਜ਼ਡ ਐਂਡ ਟੇਕ ਆਲ ਦਾ ਸਚ ਐਵੀਡੈਂਸ, ਫਿਰ ਉਸਨੂੰ ਉਹਦੀ ਸੁਣਵਾਈ ਹੋਏਗੀ, ਡਿਫੈਂਸ ਲਿਆ ਜਾਏਗਾ ਉਸਦਾ, ਇਸ਼ੂ ਏ ਸਮਨ ਟੂ ਦਾ ਵਿਟਨੈਸ ਡਾਇਰੈਕਟਿੰਗ ਹਿਮ ਟੂ ਅਟੈਂਡ ਆਊਟ ਟੂ ਪ੍ਰੋਡਿਊਸ ਐਨੀ ਡਾਕੂਮੈਂਟ ਔਰ ਅਦਰ ਥਿੰਗਸ। ਫਿਰ ਉਹਦੇ ਜਿਹੜੇ ਸਮਨ ਨੇ ਵਿਟਨੈਸ ਨੇ ਉਹ ਬੁਲਾਏ ਜਾਣਗੇ, ਪ੍ਰੋਸੀਕਿਊਸ਼ਨ ਦੇ ਵੀ ਤੇ ਡਿਫੈਂਸ ਦੇ ਵੀ। ਫਿਰ 255 ਚ ਆ ਗਿਆ ਅਕਿਊਟਲ ਔਰ ਕਨਵਿਕਸ਼ਨ, ਜੇ ਐਵੀਡੈਂਸ ਉਹਦੇ ਖਿਲਾਫ ਚਲੇਗੀ ਤਾਂ ਉਹਨੂੰ ਕਨਵਿਕਸ਼ਨ ਹੋ ਜਾਏਗੀ, ਜੇ ਐਵੀਡੈਂਸ ਉਹਦੇ ਹੱਕ ਚਲੇਗੀ ਤਾਂ ਉਸਦੀ ਅਕਿਊਟਲ ਹੋ ਜਾਏਗੀ, ਯਾਨੀ ਕਿ ਮਾਫੀ ਹੋ ਜਾਏਗੀ। ਕਨਵਿਕਸ਼ਨ ਦੇ ਵਿੱਚ ਦੋ ਚੀਜ਼ਾਂ ਆ ਜਾਂਦੀਆਂ ਨੇ, ਕਨਵਿਕਸ਼ਨ ਮੀਨਸ ਸੈਂਟੈਂਸ ਵੀ ਹੋ ਸਕਦੀ ਹੈ, ਕਨਵਿਕਸ਼ਨ ਦੇ ਵਿੱਚ ਜਿਹੜਾ ਹੈਗਾ ਫਾਈਨ ਵੀ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦੇ ਨੇ, ਇਕੱਲੀ ਇੱਕ ਵੀ ਹੋ ਸਕਦੀ ਹੈਗੀ ਹੈ। 256 ਦੇ ਵਿੱਚ ਕੀ ਕਿਹਾ ਗਿਆ, ਨੌਨ ਅਪੀਅਰੈਂਸ ਔਰ ਡੈਥ ਆਫ ਦਾ ਕੰਪਲੇਨੈਂਟ, ਇੱਥੇ ਜਿਹੜਾ ਕੰਪਲੇਨੈਂਟ ਹੈਗਾ ਉਹ ਹਾਜ਼ਰ ਨਾ ਆਵੇ ਜਾਂ ਉਹਦੀ ਡੈਥ ਹੋ ਜਾਂਦੀ ਹੈ। ਇਫ ਦਾ ਸਮਨਸ ਹੈਜ਼ ਬੀਨ ਇਸ਼ੂਡ ਔਨ ਦਾ ਕੰਪਲੇਂਟ ਐਂਡ ਔਨ ਦਾ ਡੇ ਅਪਾਇੰਟਡ ਫॉर ਦਾ ਅਪੀਅਰੈਂਸ ਆਫ ਦਾ ਅਕਿਊਜ਼ਡ ਕੰਪਲੇਨੈਂਟ ਡਜ਼ ਨਾਟ ਅਪੀਅਰ, ਤਾਂ ਜਿਹੜੀ ਕੋਰਟ ਹੈਗੀ ਆ ਉਸਨੂੰ ਅਕਿਊਟ ਕਰ ਸਕਦੀ ਹੈ, ਮਾਫ ਕਰ ਸਕਦੀ ਹੈਗੀ ਜਿਹੜਾ ਅਕਿਊਜ਼ਡ ਹੈਗਾ। ਅਡਜਰਨ ਦਾ ਹੀਅਰਿੰਗ ਆਫ ਦਾ ਕੇਸ ਟੂ ਸਮ ਅਦਰ ਡੇ, ਜਾਂ ਫਿਰ ਕੋਰਟ ਦੀ ਮਰਜ਼ੀ ਹੈਗੀ ਹੈ ਕਿਸੇ ਅਗਲੀ ਤਰੀਕ ਵੀ ਪਾਈ ਜਾ ਸਕਦੀ ਹੈ, ਜਾਂ ਫਿਰ ਉਸਨੂੰ ਜਾਣੀ ਕਿ ਜਿਹੜੀ ਐਪਲੀਕੇਸ਼ਨ ਹੈ ਕੰਪਲੇਂਟ ਹੈ ਰੱਦ ਵੀ ਕਰ ਸਕਦੀ ਹੈ। ਵੇਅਰ ਦਾ ਕੰਪਲੇਂਟ ਇਜ਼ ਰਿਪਰੈਜ਼ੈਂਟਡ ਬਾਈ ਪਲੀਡਰ, ਜੇਕਰ ਉਸਨੇ ਆਪਦਾ ਨਾਲ ਵਕੀਲ ਵੀ ਕੀਤਾ ਹੈ ਕੰਪਲੇਨੈਂਟ ਨੇ, ਔਰ ਬਾਈ ਦਾ ਆਫੀਸਰ ਕੰਡਕਟਿੰਗ ਦਾ ਪ੍ਰੋਸੀਕਿਊਸ਼ਨ, ਵੇਅਰ ਦਾ ਮੈਜਿਸਟ੍ਰੇਟ is of the opinion that the personal attendance of the complainant is not necessary। ਜ਼ਿਆਦਾਤਰ ਕੀ ਹੁੰਦਾ ਹੈ, ਜ਼ਿਆਦਾਤਰ ਇਹ ਹੁੰਦਾ ਵੀ ਜਿਹੜਾ ਕੰਪਲੇਨੈਂਟ ਹੈਗਾ ਉਹਦੀ ਪਰਸਨਲ ਅਟੈਂਡੈਂਸ ਜ਼ਰੂਰੀ ਨਹੀਂ ਹੁੰਦੀ ਹੈ ਕੋਰਟ ਦੇ ਵਿੱਚ, ਕ੍ਰਿਮੀਨਲ ਕੇਸਾਂ ਦੇ ਵਿੱਚ, ਪਰ ਜਿੱਥੇ ਕਿਤੇ ਕੋਰਟ ਉਸਨੂੰ ਮਾਫ ਕਰ ਦਿੰਦੀ ਹੈ ਵੀ ਤੂੰ ਪਰਸਨਲ ਅਟੈਂਡੈਂਸ ਦੀ ਜ਼ਰੂਰਤ ਨਹੀਂ ਹੈਗੀ, ਤੇਰਾ ਵਕੀਲ ਹਾਜ਼ਰ ਆ ਸਕਦਾ, ਦਾ ਮੈਜਿਸਟ੍ਰੇਟ ਮੇ ਡਿਸਪੈਂਸ ਵਿਦ ਦਾ ਅਟੈਂਡੈਂਸ ਐਂਡ ਪ੍ਰੋਸੀਡ ਵਿਦ ਦਾ ਕੇਸ, ਤਾਂ ਉਹਦੀ ਜਿਹੜੀ ਅਟੈਂਡੈਂਸ ਹੈ ਉਸਨੂੰ ਡਿਸਪੈਂਸ ਕੀਤਾ ਜਾ ਸਕਦਾ, ਐਗਜ਼ੈਂਪਟ ਕੀਤਾ ਜਾ ਸਕਦਾ ਹੈ। ਵਿਡਰਾਲ ਆਫ ਦਾ ਕੰਪਲੇਂਟ, ਜਿੱਥੇ ਜਿਹੜਾ ਕੰਪਲੇਂਟ ਹੈਗਾ, if a complainant satisfies the magistrate that there are sufficient grounds
ਜੇ ਲੱਗਦਾ ਕੰਪਲੇਂਟ ਨੂੰ ਮੇਰੇ ਤੋਂ ਗਲਤ ਕੰਪਲੇਂਟ ਫਾਈਲ ਕੀਤੀ ਗਈ ਸੀਗੀ ਤਾਂ ਉਹ ਕੋਰਟ ਨੂੰ ਮਤਲਬ ਕਿ ਆਪਦੀ ਜਿਹੜੀ ਦੱਸ ਦਿੰਦਾ ਵੀ ਮੇਰੇ ਤੋਂ ਕਿਉਂ ਕੀ ਕਾਰਨ ਸੀ ਕਿਸ ਕਰਕੇ ਮੇਰੇ ਤੋਂ ਕੰਪਲੇਂਟ ਫਾਈਲ ਕੀਤੀ ਗਈ ਸੀ ਤਾਂ ਉਹ ਕੋਰਟ ਜੇ ਸੈਟੀਸਫਾਈ ਹੁੰਦੀ ਹੈ ਤਾਂ ਜਿਹੜੀ ਕੰਪਲੇਂਟ ਹੈਗੀ ਉਸ ਨੂੰ ਵਾਪਸ ਵੀ ਲੈ ਸਕਦਾ ਹੈ। ਪਰ ਜੇ ਇੱਕ ਵਾਰੀ ਕੰਪਲੇਂਟ ਫਾਈਲ ਹੋ ਗਈ ਤਾਂ ਉਹਦੀ ਮਰਜ਼ੀ ਨਹੀਂ ਹੈਗੀ ਵੀ ਇਹ ਕੰਪਲੇਂਟ ਨੂੰ ਵਾਪਸ ਲੈ ਲਵੇ। ਕੋਰਟ ਦੀ ਸੈਟੀਸਫੈਕਸ਼ਨ ਕਰਾ ਕੇ ਹੀ ਜਿਹੜੀ ਕੰਪਲੇਂਟ ਹੈ ਵਾਪਸ ਲਈ ਜਾ ਸਕਦੀ ਹੈ। ਇਹ ਨਾ ਹੋਵੇ ਵੀ ਇੱਕ ਕੰਪਲੇਂਟ ਫਾਈਲ ਕਰ ਦਿੱਤੀ ਮੁੜ ਕੇ ਪੈਸੇ ਲੈ ਲਏ ਤੇ ਫਿਰ ਕਹਿੰਦੇ ਮੈਂ ਕੰਪਲੇਂਟ ਵਾਪਸ ਲੈਣਾ, ਇਦਾਂ ਨਹੀਂ ਹੁੰਦਾ। ਕੋਰਟ ਦੀ ਤਸੱਲੀ ਕਰਾਉਣੀ ਪੈਂਦੀ ਹੈ। ਸੈਕਸ਼ਨ 258 ਚ ਕਿਹਾ ਗਿਆ ਪਾਵਰ ਟੂ ਸਟਾਪ ਪ੍ਰੋਸੀਡਿੰਗ ਇਨ ਸਰਟਨ ਕੇਸਸ। ਜਿੱਥੇ ਕਿਤੇ ਇਹਨਾਂ ਦੀ ਕੰਪਲੇਂਟ ਕੇਸ ਦੇ ਵਿੱਚ ਪ੍ਰੋਸੀਡਿੰਗ ਚੱਲ ਰਹੀਆਂ ਹੈਗੀਆਂ ਨੇ, ਇਨ ਐਨੀ ਸਮਨ ਕੇਸ ਦੀ ਗੱਲ ਕੀਤੀ ਗਈ ਹੈ, ਇੰਸਟੀਟਿਊਟ ਅਦਰਵਾਈਜ਼ ਦੈਨ ਅਪੋਨ ਦਾ ਕੰਪਲੇਂਟ ਤੋਂ ਬਿਨਾਂ ਸਮਨ ਕੇਸ ਕੋਈ ਹੈਗਾ, ਮੈਜਿਸਟ੍ਰੇਟ ਆਫ ਦਾ ਫਸਟ ਕਲਾਸ ਮੇ ਫਾਰ ਦਾ ਰੀਜ਼ਨਸ ਟੂ ਬੀ ਰਿਕਾਰਡਡ। ਯਾਨੀ ਕਿ ਜਿਹੜਾ ਪ੍ਰੋਸੀਡਿੰਗ ਚੱਲ ਰਹੀਆਂ ਹੋਣੇ ਉਹਨੂੰ ਆਪਦਾ ਕੋਈ ਰੀਜ਼ਨ ਦਿੰਦੇ ਹੋਏ ਜੇ ਲੱਗਦਾ ਉਸਨੂੰ ਵੀ ਇਹ ਜਿਹੜੀ ਕੰਪਲੇਂਟ ਹੈ ਇਹ ਸਮਨ ਕੇਸ ਜਿਹੜਾ ਗਲਤ ਹੈਗਾ ਤਾਂ ਪ੍ਰੋਸੀਡਿੰਗ ਨੂੰ ਸਟਾਪ ਕਰਕੇ ਜਿਹੜਾ ਜਜਮੈਂਟ ਸੁਣਾਈ ਜਾ ਸਕਦੀ ਹੈ ਤੇ ਅਕੁਇਟਲ ਕੀਤਾ ਜਾ ਸਕਦਾ ਹੈ ਉਸਨੂੰ ਅਕਿਊਜ਼ ਨੂੰ, ਮਤਲਬ ਕਿ ਮਾਫ ਕੀਤਾ ਜਾ ਸਕਦਾ ਹੈ। ਸੈਕਸ਼ਨ 259 ਦੇ ਵਿੱਚ ਆਪਾਂ ਕਈ ਵਾਰੀ ਦੇਖਦੇ ਹਾਂ ਕੋਰਟਾਂ ਦੇ ਵਿੱਚ ਜਿਹੜੇ ਧਾਰਾ ਵਧਾਤੀ ਘਟਾਤੀ ਇਦਾਂ ਹੁੰਦਾ ਨਾ, ਇਹ ਸੇਮ ਉਹੀ ਚੀਜ਼ ਆ ਗਈ ਪਾਵਰ ਆਫ ਦਾ ਕੋਰਟ ਟੂ ਕਨਵਰਟ ਸਮਨ ਕੇਸ ਇਨਟੂ ਵਾਰੰਟ ਕੇਸ। ਜਿੱਥੇ ਕੋਰਟ ਨੂੰ ਲੱਗਦਾ ਵੀ ਜਿਹੜਾ ਸਮਨ ਕੇਸ ਨਹੀਂ ਬਣਦਾ ਇਹਦੇ ਵਿੱਚ ਸਜ਼ਾ ਵੱਧ ਹੋ ਸਕਦੀ ਹੈਗੀ ਹੈ, ਪੁਨਿਸ਼ੇਬਲ ਵਿਦ ਇੰਪ੍ਰਿਜ਼ਨਮੈਂਟ ਫਾਰ ਅ ਟਰਮ ਐਕਸੀਡਿੰਗ 6 ਮੰਥ। ਜਿੱਥੇ ਕਿਤੇ ਕੋਰਟ ਨੂੰ ਲੱਗਦਾ ਵੀ ਇਹ ਜਿਹੜਾ ਅਫੈਂਸ ਕਮਿਟ ਕੀਤਾ ਜਿਹੜਾ ਅਕਿਊਜ਼ ਨੇ ਉਹਨੂੰ ਸਜ਼ਾ 6 ਮਹੀਨੇ ਤੋਂ ਜ਼ਿਆਦਾ ਹੋ ਸਕਦੀ ਹੈ ਤਾਂ ਜਿਹੜਾ ਸਮਨ ਕੇਸ ਹੈਗਾ ਉਸ ਨੂੰ ਵਾਰੰਟ ਕੇਸ 'ਚ ਵੀ ਤਬਦੀਲ ਕੀਤਾ ਜਾ ਸਕਦਾ ਹੈ ਕੋਰਟ ਵੱਲੋਂ। ਅਟੈਂਡੈਂਸ ਆਫ ਦਾ ਪਰਸਨਸ ਕਨਫਾਈਨਡ ਔਰ ਡਿਟੇਨਡ ਇਨ ਦਾ ਪ੍ਰਿਜ਼ਨ। ਜੇਲ੍ਹ ਦੇ ਵਿੱਚ ਜਿਹੜੇ ਵਿਅਕਤੀ ਹੁੰਦੇ ਨੇ ਤੇ ਉਹਨਾਂ ਦੀ ਅਟੈਂਡੈਂਸ ਕਿਵੇਂ ਹੁੰਦੀ ਹੈ ਉਹ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ। ਜਦੋਂ ਕੋਰਟ 'ਚ ਪੇਸ਼ੀ ਹੁੰਦੀ ਹੈ ਤਾਂ ਜੇਲ੍ਹ ਅਥਾਰਟੀਜ਼ ਜਿਹੜੀਆਂ ਹੁੰਦੀਆਂ ਨੇ ਉਹ ਲੈ ਕੇ ਆਉਂਦੀਆਂ ਹੁੰਦੀਆਂ ਨੇ ਡੈਫੀਨੇਸ਼ਨ ਦਿੱਤੀਆਂ। ਡਿਟੇਨਡ ਜਦੋਂ ਪੁਲਿਸ ਦੀ ਕਸਟਡੀ 'ਚ ਕੋਈ ਵਿਅਕਤੀ ਹੁੰਦਾ ਹੈਗਾ, ਪ੍ਰਿਜ਼ਨ ਜੇਲ੍ਹ ਦੇ ਵਿੱਚ ਵਿਅਕਤੀ ਹੁੰਦਾ ਹੈ। ਪਾਵਰ ਟੂ ਰਿਕੁਆਇਰ ਅਟੈਂਡੈਂਸ ਆਫ ਦਾ ਪ੍ਰਿਜ਼ਨਰਸ। ਕੋਰਟ ਦੀ ਜਿਹੜੀ ਕੀ ਪਾਵਰ ਹੈਗੀ ਹੈ, ਪ੍ਰਿਜ਼ਨਰ ਨੂੰ ਕੋਰਟ ਦੇ ਵਿੱਚ ਜਿਹੜਾ ਬੁਲਾਇਆ ਜਾ ਸਕਦਾ, ਹਾਜ਼ਰੀ ਉਹਦੀ ਲਈ ਜਾਂਦੀ ਹੈ, ਗਵਾਹੀਆਂ ਹੁੰਦੀਆਂ, ਕੋਈ ਵਿਟਨੈਸ ਹੁੰਦਾ ਹੈ, ਕੋਈ ਅਕਿਊਜ਼ਡ ਹੁੰਦਾ ਹੈ। whenever in the course of an inquiry or trial, ਜਦੋਂ ਕੋਰਟ ਦੇ ਵਿੱਚ ਕੋਈ ਇਨਕੁਆਇਰੀ ਚੱਲ ਰਹੀ ਹੈ ਜਾਂ ਟ੍ਰਾਇਲ ਚੱਲ ਰਿਹਾ ਹੈ ਔਰ ਉਹਦੇ ਪਰ ਕੋਈ ਪ੍ਰੋਸੀਡਿੰਗ ਚੱਲ ਰਹੀਆਂ ਨੇ, ਠੀਕ ਹੈ, ਇਟ ਅਪੀਲਸ ਟੂ ਅ ਕ੍ਰਿਮੀਨਲ ਕੋਰਟ। ਜਦੋਂ ਕੋਰਟ ਨੂੰ ਲੱਗਦਾ ਵੀ ਦੈਟ ਦਾ ਪਰਸਨ ਕਨਫਾਈਨਡ, ਜਿਹੜਾ ਵਿਅਕਤੀ ਕੋਈ ਜੇਲ੍ਹ ਦੇ ਵਿੱਚ ਹੈਗਾ ਉਸ ਨੂੰ ਕੋਰਟ 'ਚ ਲੈ ਕੇ ਆਉਣਾ ਬਣਦਾ ਹੈਗਾ, ਉਸਦੀ ਉਹਦੇ ਤੋਂ ਕੁਛ ਨਾ ਕੁਛ ਪੁੱਛਣਾ ਹੁੰਦਾ ਹੈਗਾ, ਉਹਦੀ ਕੋਈ ਗਵਾਹੀ ਹੁੰਦੀ ਹੈ। ਇਟ ਇਜ਼ ਨੈਸੈਸਰੀ ਫਾਰ ਦਾ ਜਸਟਿਸ ਆਫ ਦਾ ਐਗਜ਼ਾਮਿਨ ਸਚ ਪਰਸਨ, ਦੀ ਲੋੜ ਹੈਗੀ ਹੈ ਉਸ ਵਿਅਕਤੀ ਦੀ ਐਜ ਏ ਵਿਟਨੈਸ ਹੈਗੀ ਹੈ ਜਾਂ ਐਜ ਏ ਅਕਿਊਜ਼ਡ ਹੈਗੀ ਹੈ। The court may make an order requiring the officer in charge of the prison। ਤਾਂ ਕੋਰਟ ਜਿਹੜੀ ਹੈਗੀ ਹੈ, ਕੋਰਟ ਨੂੰ ਜੇਲ੍ਹ ਦੇ ਇੰਚਾਰਜ ਨੂੰ ਮਤਲਬ ਕਿ ਆਰਡਰ ਕਰਤੇ ਵੀ ਇਸ ਵਿਅਕਤੀ ਨੂੰ ਇੰਨੀ ਤਰੀਕ ਨੂੰ ਲੈ ਕੇ ਇਸ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਫਾਰ ਗਿਵਿੰਗ ਐਵੀਡੈਂਸ। Then an order under subsection 1 is made by magistrate of the second class। ਜਦੋਂ ਸੈਕੰਡ ਕਲਾਸ ਦਾ ਮੈਜਿਸਟ੍ਰੇਟ ਇਦਾਂ ਦੇ ਆਰਡਰ ਕਰਦਾ ਤਾਂ ਫਿਰ ਉਸ ਨੂੰ CGM ਤੋਂ ਜਿਹੜੇ ਇਹ ਆਰਡਰ ਹੁੰਦੇ ਨੇ ਕਾਊਂਟਰ ਸਾਈਨ ਕਰਾਉਣੇ ਹੁੰਦੇ ਆ। ਯਾਨੀ ਕਿ ਮੈਜਿਸਟ੍ਰੇਟ ਆਫ ਸੈਕੰਡ ਕਲਾਸ ਦੇ ਆਰਡਰਾਂ ਦੇ ਨਾਲ ਜਿਹੜਾ ਕੋਰਟ ਜਿਹੜਾ ਜੇਲਰ ਹੈਗੇ ਆ ਉਹ ਪ੍ਰਿਜ਼ਨ ਐਦਾਂ ਵਿਅਕਤੀ ਨੂੰ ਨਹੀਂ ਭੇਜਦੇ ਕੋਰਟ ਦੇ ਵਿੱਚ, ਤਾਂ ਜਿਹੜਾ ਆਰਡਰ ਹੁੰਦਾ ਹੈ ਮੈਜਿਸਟ੍ਰੇਟ ਆਫ ਸੈਕੰਡ ਕਲਾਸ ਦਾ ਉਸ ਨੂੰ ਕਾਊਂਟਰ ਸਾਈਨ ਕਰਾਉਣਾ ਹੁੰਦਾ ਹੈ CGM ਵੱਲੋਂ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਕਾਊਂਟਰ ਸਾਈਨ ਕਰਾ ਕੇ ਫਿਰ ਹੀ ਜਿਹੜਾ ਆਰਡਰ ਹੈ ਜੇਲ੍ਹ ਭੇਜਿਆ ਜਾਂਦਾ ਹੈ। Every order submitted for the countersigning under subsection 2 shall be accompanied by a statement of the facts which in the opinion of the magistrate renders the order necessary। ਵੀ ਇਹ ਕਿਉਂ ਜ਼ਰੂਰਤ ਹੈਗੀ ਹੈ ਉਹ ਨਾਲ ਜਿਹੜੀ ਸਟੇਟਮੈਂਟ ਲਗਾਈ ਜਾਂਦੀ ਹੈ ਆਰਡਰ ਦੇ ਨਾਲ, ਠੀਕ ਹੈ। ਤਾਂ ਜੇ ਫਿਰ CGM ਹੈਗਾ, CGM ਦੇਖੇਗਾ ਵੀ ਇਹ ਸਫੀਸ਼ੀਐਂਟ ਹੈਗਾ, ਇਸ ਨੂੰ ਬੁਲਾਇਆ ਜਾਣਾ, ਜਿਹੜਾ ਜਿਸ ਵਿਅਕਤੀ ਨੂੰ ਬੁਲਾਇਆ ਜਾ ਰਿਹਾ ਕੋਰਟ ਦੇ ਵਿੱਚ ਜੇਲ੍ਹ ਦੇ ਵਿੱਚੋਂ ਵੀ ਇਹ ਜ਼ਰੂਰੀ ਹੈਗਾ। ਜੇ ਜ਼ਰੂਰੀ ਹੈ ਤਾਂ ਉਹ ਕਾਊਂਟਰ ਸਾਈਨ ਕਰਦਾ ਹੈ, ਅਦਰਵਾਈਜ਼ ਉਹ ਡਿਕਲਾਈਨ ਵੀ ਕਰ ਸਕਦਾ ਹੈ CGM। Or of the state government to exclude certain persons from the operation of section 267। ਜਿਹੜੀ ਗਵਰਨਮੈਂਟ ਹੈਗੀ ਆ, ਗਵਰਨਮੈਂਟ ਵੀ ਕੋਈ ਬੰਦਿਸ਼ ਲਗਾ ਸਕਦੀ ਹੈ ਵੀ ਫਲਾਣੇ ਜਿਹੜੇ ਵਿਅਕਤੀ ਜੇਲ੍ਹ ਦੇ ਵਿੱਚ ਬੰਦ ਹੈਗੇ, ਠੀਕ ਹੈ, ਉਹਨਾਂ ਵਿਅਕਤੀਆਂ ਨੂੰ ਕੋਰਟ ਚੋਂ ਬਾਹਰ ਨਾ ਕੱਢਿਆ ਜਾਵੇ। ਮਤਲਬ ਕਿ ਕੋਈ ਜਿੱਥੇ ਦੇਖਿਆ ਜਾਵੇ ਪਬਲਿਕ ਜਿਹੜੀ ਪੀਸ ਹੈਗੀ ਹੈ ਉਹ ਡਿਸਟਰਬ ਹੋ ਸਕਦੀ ਹੈ, ਕੋਈ ਰੌਲਾ ਪੈ ਸਕਦਾ ਹੈ, ਖਤਰਾ ਹੈਗਾ, ਕੋਈ ਇੱਦਾਂ ਦੇ ਟੈਰਰਿਸਟ ਹੈਗੇ ਆ ਜਿਹਨੂੰ ਜਾਂ ਭਜਾ ਕੇ ਲੈ ਕੇ ਜਾਇਆ ਜਾ ਸਕਦਾ, ਜਾਂ ਫਿਰ ਪਬਲਿਕ ਦੀ ਜਨਤਾ ਦੇ ਵਿੱਚ ਕੋਈ ਮਤਲਬ ਕਿ ਗੜਬੜ ਹੋ ਸਕਦੀ ਹੈਗੀ ਹੈ। ਤਾਂ ਇੱਦਾਂ ਦੇ ਕੇਸਾਂ ਦੇ ਵਿੱਚ ਜਿਹੜੀ ਸਟੇਟ ਗਵਰਨਮੈਂਟ ਹੈਗੀ ਆ ਉਹ ਐਟ ਐਨੀ ਟਾਈਮ ਹੈਵਿੰਗ ਰਿਗਾਰਡ ਟੂ ਦਾ ਮੈਟਰ ਜਨਰਲ ਸਪੈਸ਼ਲ ਆਰਡਰ ਕਰ ਸਕਦੇ ਕੋਰਟ ਨੂੰ that any person or class of person shall not be removed from the prison in which he or they be confined or detained and thereupon
so long as the order remains into force। ਜਦੋਂ ਤੱਕ ਅਗਲਾ ਹੁਕਮ ਨਹੀਂ ਹੋਏਗਾ ਕੋਰਟ ਦਾ ਗਵਰਨਮੈਂਟ ਦਾ, ਉਦੋਂ ਤੱਕ ਇਹਨਾਂ ਵਿਅਕਤੀਆਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਨਾ ਕੱਢਿਆ ਜਾਵੇ। ਜੇਕਰ ਫਿਰ ਵੀ ਕੋਰਟ ਵੱਲੋਂ ਕੋਈ ਆਰਡਰ ਭੇਜਿਆ ਜਾਂਦਾ ਜੇਲ੍ਹ ਦੇ ਵਿੱਚ ਇੱਦਾਂ ਦਾ, ਤਾਂ ਫਿਰ ਕੋਰਟ ਜਿਹੜੀ ਹੈ ਤਾਂ ਜਿਹੜਾ ਜੇਲਰ ਵੱਲੋਂ ਹੈਗਾ ਮਤਲਬ ਕਿ ਇਹ ਰਿਪੋਰਟ ਬਣਾ ਕੇ ਭੇਜ ਦਿੱਤੀ ਜਾਂਦੀ ਹੈ ਵਾਰੰਟ ਦੇ ਉੱਪਰ, ਉਸ ਸੰਬੰਧ ਦੇ ਉੱਪਰ ਵੀ ਇੱਦਾਂ ਕਰਕੇ ਗਵਰਨਮੈਂਟ ਵੱਲੋਂ ਇਹ ਆਰਡਰ ਹੈਗਾ, ਇਸ ਨੂੰ ਅਸੀਂ ਕੋਰਟ 'ਚ ਨਹੀਂ ਭੇਜ ਸਕਦੇ। Officer in charge of the prison to abstain from carrying out order in certain contingencies। ਕੁਛ ਇਦਾਂ ਦੇ ਕੇਸਿਸ ਵੀ ਹੁੰਦੇ ਆ ਜਿੱਥੇ ਜਿਹੜਾ ਆਫਿਸ ਇੰਚਾਰਜ ਦਾ ਜੇਲ੍ਹ ਹੈਗਾ ਉਹ ਵੀ ਜਵਾਬ ਦੇ ਸਕਦਾ ਹੈ ਕੋਰਟ ਨੂੰ ਵੀ ਇਸ ਪਾਰਟਿਕੂਲਰ ਵਿਅਕਤੀ ਨੂੰ ਜਿਹੜਾ ਹੈਗਾ ਜੇਲ੍ਹ ਕੋਰਟ ਦੇ ਵਿੱਚ ਭੇਜਣਾ ਠੀਕ ਨਹੀਂ ਹੈਗਾ। ਕਿਹੜੇ ਕੇਸ ਇਦਾਂ ਦੇ ਹੋ ਸਕਦੇ ਨੇ? ਕੋਈ ਬਿਮਾਰ ਬੰਦਾ ਹੋ ਸਕਦਾ ਹੈ, ਕੋਈ ਇਨਫਰਮਿਟੀ ਅਨਫਿਟ ਹੋ ਸਕਦਾ ਹੈ, ਠੀਕ ਹੈ। ਇਹਦੇ ਵਿੱਚ ਕਿਹਾ ਗਿਆ is by reason sickness or infirmity of unfit to be removed from the prison, ਜਾਂ is under committal for trial or under remand, ਜਾਂ ਫਿਰ ਰਿਮਾਂਡ ਦੇ ਉੱਪਰ ਗਿਆ ਹੋਇਆ ਵਿਅਕਤੀ ਇਹ ਪੁਲਿਸ ਨੂੰ ਦਿੱਤਾ ਹੋਇਆ ਹੈਗਾ, ਠੀਕ ਹੈ, ਇਹਨੂੰ ਅਸੀਂ ਨਹੀਂ ਭੇਜ ਸਕਦੇ। ਇੱਦਾਂ ਦੇ ਕੁਝ ਰੀਜ਼ਨਸ ਹੁੰਦੇ ਆ ਜਿਹਦੇ ਵਿੱਚ ਜਿਹੜਾ ਮਤਲਬ ਕਿ ਜੇਲ੍ਹ ਇੰਚਾਰਜ ਹੈਗਾ ਕੋਰਟ ਨੂੰ ਲਿਖ ਕੇ ਭੇਜ ਸਕਦਾ ਵੀ ਇਸ ਵਿਅਕਤੀ ਨੂੰ ਅਸੀਂ ਕਿਹੜੇ ਰੀਜ਼ਨ ਹੈ ਕੀ ਕਾਰਨ ਹੈਗਾ। ਤਾਂ ਆਫਿਸਰ ਇਨ ਚਾਰਜ ਆਫ ਦਾ ਪ੍ਰਿਜ਼ਨ ਸ਼ੈਲ ਅਬਸਟੇਨ ਫਰੋਮ ਕੈਰਿੰਗ ਆਊਟ ਦਾ ਕੋਰਟਸ ਆਰਡਰ and shall send the court a statement for the reason so abstaining। ਕੋਰਟ ਨੂੰ ਆਪਣੀ ਜਿਹੜੀ ਰਿਪੋਰਟ ਹੈ ਬਣਾ ਕੇ ਭੇਜ ਸਕਦਾ ਹੈਗਾ। prisoner to be brought to court in custody, ਜਦੋਂ prisoner ਨੂੰ ਆਪਾਂ ਦੇਖਦੇ ਹਾਂ ਕੋਰਟ 'ਚ ਲੈ ਕੇ ਆਇਆ ਜਾਂਦਾ ਤਾਂ ਕਿਸੇ ਇੱਕ ਬੱਸ ਦੇ ਵਿੱਚ ਜਾਂ ਬੰਦ ਬੱਸ ਦੇ ਵਿੱਚ ਜਾਂ ਮਤਲਬ ਕਿ ਪੁਲਿਸ ਦੀ ਕਸਟਡੀ ਦੇ ਵਿੱਚ ਹੀ ਲੈ ਕੇ ਉਹਨਾਂ ਨੂੰ ਕੋਰਟ 'ਚ ਆਇਆ ਜਾਂਦਾ ਹੈਗਾ। ਪਾਵਰ ਟੂ ਇਸ਼ੂ ਕਮਿਸ਼ਨ ਫਾਰ ਦਾ ਐਗਜ਼ਾਮੀਨੇਸ਼ਨ ਆਫ ਦਾ ਵਿਟਨੈਸ ਇਨ ਪ੍ਰਿਜ਼ਨ। ਕੋਰਟ ਦੇ ਕੋਲ ਇਹ ਪਾਵਰ ਵੀ ਹੈਗੀ ਹੈ ਵੀ ਜੇ ਕੋਈ ਪ੍ਰਿਜ਼ਨ ਜਿਹੜਾ ਕੋਈ ਮਤਲਬ ਕਿ ਵਿਟਨੈਸ ਹੈਗਾ, ਕੋਈ ਵਿਟਨੈਸ ਨੂੰ ਐਗਜ਼ਾਮਿਨ ਕਰਨਾ ਹੈਗਾ, ਜੇਲ੍ਹ ਦੇ ਵਿੱਚ ਬੰਦ ਹੈਗਾ, ਉਹਦੇ ਲਈ ਕੋਰਟ ਨੂੰ ਕੋਰਟ 'ਚ ਬੁਲਾਉਣ ਦੀ ਬਜਾਏ ਕਮਿਸ਼ਨ ਵੀ ਕੀਤਾ ਜਾ ਸਕਦਾ ਵੀ ਕਮਿਸ਼ਨ ਭੇਜ ਕੇ ਵੀ ਉਹਦੀ ਜਿਹੜੀ ਹੈਗੀ ਹੈ ਸਟੇਟਮੈਂਟ ਰਿਕਾਰਡ ਕੀਤੀ ਜਾ ਸਕਦੀ ਹੈ। ਨੈਕਸਟ ਹੈ ਚੈਪਟਰ 23 ਐਵੀਡੈਂਸ ਇਨ ਇਨਕੁਆਰੀਜ਼ ਐਂਡ ਟਰਾਇਲਸ। ਮੋਡ ਆਫ ਟੇਕਿੰਗ ਰਿਕਾਰਡਿੰਗ ਐਵੀਡੈਂਸ। ਐਵੀਡੈਂਸ ਕਿਵੇਂ ਲਈ ਜਾਂਦੀ ਹੈ? ਲੈਂਗੁਏਜ ਆਫ ਦਾ ਕੋਰਟ ਦੇ ਵਿੱਚ ਲਈ ਜਾਂਦੀ ਹੈ। 273 'ਚ ਐਵੀਡੈਂਸ ਟੂ ਬੀ ਟੇਕਨ ਇਨ ਦਾ ਪ੍ਰੈਸੈਸ ਆਫ ਦਾ ਅਕਿਊਜ਼। ਜਦੋਂ ਵੀ ਕੋਈ ਕ੍ਰਿਮੀਨਲ ਕੇਸ ਚੱਲਦਾ ਹੈ, ਜਦੋਂ ਵੀ ਕੋਈ ਗਵਾਹੀਆਂ ਸਾਰੀਆਂ ਹੁੰਦੀਆਂ ਨੇ ਤਾਂ ਉਸੇ ਕੀ ਹੈਗਾ ਜਿਹੜਾ ਅਕਿਊਜ਼ ਹੁੰਦਾ ਉਹਦੀ ਪ੍ਰੈਸੈਂਸ ਜ਼ਰੂਰੀ ਹੁੰਦੀ ਹੈ, ਉਹਦੀ ਜਾਂ ਉਹਦੇ ਵਕੀਲ ਦੀ, ਉਹਦੀ ਤੇ ਨਾਲ ਉਹਦੇ ਵਕੀਲ ਦੀ ਪ੍ਰੈਸੈਂਸ ਜ਼ਰੂਰੀ ਹੁੰਦੀ ਹੈ। ਅਟੈਂਡੈਂਸ ਇਜ਼ ਡਿਸਪੈਂਸਡ ਵਿਦ ਇਨ ਦਾ ਪ੍ਰੈਸੈਂਸ ਆਫ ਹਿਜ਼ ਪਲੀਡਰ। ਉਹਦੀ ਪਰਸਨਲ ਅਟੈਂਡੈਂਸ ਨੂੰ ਡਿਸਪੈਂਸ ਵੀ ਕੀਤਾ ਜਾ ਸਕਦਾ ਹੈ ਜੇ ਪਲੀਡਰ ਦੀ ਹਾਜ਼ਰੀ ਦੇ ਵਿੱਚ। ਅਕਿਊਜ਼ ਦੀ ਪ੍ਰੈਸੈਂਸ ਨੂੰ ਡਿਸਪੈਂਸ ਵੀ ਕੀਤਾ ਜਾ ਸਕਦਾ ਹੈ। ਰਿਕਾਰਡ ਇਨ ਸਮਨ ਕੇਸਸ ਐਂਡ ਇਨਕੁਆਰੀਜ਼। The magistrate shall, as the examination of each witness proceeds, make a memorandum। ਤਾਂ ਜਿਹੜੀ ਗਵਾਹੀ ਹੈਗੀ ਉਹ ਕਿਵੇਂ ਲਈ ਜਾਂਦੀ ਹੈ? ਮੈਜਿਸਟ੍ਰੇਟ ਵੱਲੋਂ ਮਤਲਬ ਕਿ ਡਿਕਟੇਸ਼ਨ ਦਿੱਤੀ ਜਾਂਦੀ ਹੈ ਤਾਂ ਜਿਹੜੇ ਉਹਨਾਂ ਦੇ ਆਪਣਾ ਹੈਗਾ ਰੀਡਰਸ ਹੁੰਦੇ ਆ ਉਹਨਾਂ ਵੱਲੋਂ ਜਿਹੜੀ ਸਟੇਟਮੈਂਟ ਹੈ ਸਾਰੀ ਰਿਕਾਰਡ ਕਰ ਲਈ ਜਾਂਦੀ ਹੈ। ਸਾਈਨਡ ਬਾਈ ਦਾ ਮੈਜਿਸਟ੍ਰੇਟ, ਹਿਸ ਡਿਕਟੇਸ਼ਨ ਇਜ਼ ਓਪਨ ਕੋਰਟ ਦੇ ਵਿੱਚ ਲਈ ਜਾਂਦੀ ਹੈ, ਠੀਕ ਹੈ। ਫਿਰ ਮੈਜਿਸਟ੍ਰੇਟ ਵੱਲੋਂ ਸਾਈਨ ਕੀਤੀ ਜਾਂਦੀ, ਸ਼ੈਲ ਫਾਰਮ ਪਾਰਟ ਆਫ ਦਾ ਰਿਕਾਰਡ। ਇਹ ਸਾਰਾ ਰਿਕਾਰਡ ਦਾ ਜਿਹੜਾ ਪਾਰਟ ਬਣ ਜਾਂਦਾ। ਰਿਕਾਰਡ ਇਨ ਫਰੰਟ ਕੇਸਸ। front cases ਦੀ ਗੱਲ ਕੀਤੀ ਗਈ ਹੈ। in all the front cases tried before a magistrate, the evidence of each witness shall, as the examination proceeds, be taken down in writing either by the magistrate himself। front case ਕਿਹਾ ਗਿਆ ਵੀ ਮੈਜਿਸਟ੍ਰੇਟ ਆਪਦੇ ਹੱਥ ਨਾਲ ਲਿਖੇਗਾ ਜਾਂ ਤਾਂ ਔਰ by his dictation in open court, ਜਾਂ ਫਿਰ ਉਹ ਡਿਕਟੇਸ਼ਨ ਦੇਵੇਗਾ ਓਪਨ ਕੋਰਟ ਦੇ ਵਿੱਚ। or where he is unable to do so owing to a physical or other incapacity, ठीक है, under the directions and superintendence by an officer of the court, ਜਾਂ ਕੋਈ ਕਿਸੇ ਹੋਰ ਕੋਰਟ ਦੇ ਵਿੱਚ ਕਿਸੇ ਹੋਰ ਆਫੀਸਰ ਦੀ ਡਿਊਟੀ ਵੀ ਅਕਸਰ ਤੁਸੀਂ ਦੇਖਦੇ ਹੋ ਲਗਾਈ ਜਾਂਦੀ ਹੈ ਵੀ ਸਟੇਟਮੈਂਟ ਰਿਕਾਰਡ ਕਰਨ ਦੀ ਖਾਤਰ। where the magistrate causes the evidence to be taken down, he shall record a certificate that the evidence could not be taken down by himself। ਹੋ ਗਿਆ ਰੀਜ਼ਨ ਦੱਸਦੇ ਹੋਏ ਵੀ ਮੇਰੇ ਤੋਂ ਕਿਉਂ ਨਹੀਂ ਰਿਕਾਰਡ ਕੀਤੀ ਜਾ ਸਕਦੀ। ਫਿਰ ਸਾਰੀ ਸਟੇਟਮੈਂਟ ਜਿਹੜੀ ਹੈਗੀ ਆ ਮਤਲਬ ਕਿ ਸਾਈਨ ਕੀਤੀ ਜਾਂਦੀ ਹੈ ਮੈਜਿਸਟ੍ਰੇਟ ਵੱਲੋਂ। ਰਿਕਾਰਡ ਇਨ ਟ੍ਰਾਇਲ ਬਿਫੋਰ ਕੋਰਟ ਆਫ ਸੈਸ਼ਨ। ਕੋਰਟ ਆਫ ਸੈਸ਼ਨ ਦੀ ਗੱਲ ਕੀਤੀ ਹੈ, ਉੱਥੇ ਰਿਕਾਰਡ ਕਿਵੇਂ ਕੀਤਾ ਜਾਂਦਾ ਹੈ? ਐਵੀਡੈਂਸ ਆਫ ਈਚ ਵਿਟਨੈਸ ਸ਼ੈਲ, as his examination proceeds,
be taken down in writing either by the presiding judge himself, यानी कि जज ਸੈਸ਼ਨ ਜੱਜ ਵੱਲੋਂ ਖੁਦ ਔਰ ਬਾਈ ਹਿਜ਼ ਡਿਕਟੇਸ਼ਨ ਜਾਂ ਡਿਕਟੇਸ਼ਨ ਦੇ ਕੇ ਜਿਹੜੀ ਹੈਗੀ ਹੈ ਐਵੀਡੈਂਸ ਰਿਕਾਰਡ ਕੀਤੀ ਜਾਂਦੀ ਹੈ ਜਾਂ ਫਿਰ ਕੋਈ ਆਫੀਸਰ ਲਗਾਇਆ ਜਾਂਦਾ ਸਪੈਸ਼ਲੀ ਤੌਰ ਤੇ ਲਗਾਇਆ ਜਾਂਦਾ ਹੈ। ਲੈਂਗੁਏਜ ਆਫ ਦਾ ਰਿਕਾਰਡ ਆਫ ਦਾ ਐਵੀਡੈਂਸ, ਉਹਦੀ ਜਿਹੜੀ ਜਨਰਲ ਲੈਂਗੁਏਜ ਆਪਣੀ ਕੋਰਟਾਂ 'ਚ ਦੇਖਦੇ ਹਾਂ ਉਹੀ ਹੁੰਦੀ ਹੈ ਇੰਗਲਿਸ਼ ਵਗੈਰਾ ਜਾਂ ਫਿਰ ਉਸ ਇਲਾਕੇ ਦੀ ਭਾਸ਼ਾ ਦੇ ਵਿੱਚ ਜਿਹੜੀ ਸਟੇਟਮੈਂਟ ਲਈ ਜਾਂਦੀ ਹੈ। ਪ੍ਰੋਸੀਜਰ ਇਨ ਰਿਗਾਰਡ ਟੂ ਸੱਚ ਐਵੀਡੈਂਸ ਵੈਨ ਕੰਪਲੀਟਡ, ਜਦੋਂ ਸਾਰੀ ਐਵੀਡੈਂਸ ਹੋ ਜਾਂਦੀ ਹੈ, ਡਿਕਟੇਸ਼ਨ ਦਿੱਤੀ ਜਾਂਦੀ ਹੈ ਮੈਜਿਸਟ੍ਰੇਟ ਵੱਲੋਂ, ਠੀਕ ਹੈ, ਉਸ ਤੋਂ ਬਾਅਦ ਜਿਹੜੀ ਸਾਰੀ ਜਿਹੜਾ ਸਟੇਟਮੈਂਟ ਬਣ ਗਈ ਉਹਨੂੰ ਪੜ੍ਹ ਕੇ ਸੁਣਾਇਆ ਜਾਂਦਾ ਹੈਗਾ ਵਿਅਕਤੀ ਨੂੰ ਜਿਸ ਦੀ ਸਟੇਟਮੈਂਟ ਰਿਕਾਰਡ ਕੀਤੀ ਗਈ ਹੈ, ਜਾਂ ਵਿਟਨੈਸ ਦੀ, ਜੇ ਅਕਿਊਜ਼ ਹੈ ਤਾਂ ਅਕਿਊਜ਼ ਦੀ ਸਟੇਟਮੈਂਟ ਰਿਕਾਰਡ ਕੀਤੀ ਗਈ ਹੈ, ਜਾਂ ਵਿਟਨੈਸ ਹੈ ਤਾਂ ਉਹਦੀ ਸਟੇਟਮੈਂਟ ਰਿਕਾਰਡ ਕੀਤੀ ਗਈ ਹੈ, ਸਾਰੀ ਪੜ੍ਹ ਕੇ ਸੁਣਾਈ ਜਾਂਦੀ ਹੈ, ਫਿਰ ਉਹਦੇ ਸਾਈਨ ਕਰਵਾਏ ਜਾਂਦੇ ਹੈਗੇ। ਇਹ ਛੱਡੋ ਕਿ ਸਾਰਾ ਇਹੀ ਚੀਜ਼ ਹੈ ਸੇਮ। ਇਹ ਲੈਂਗੁਏਜ ਦੀ ਗੱਲ ਕੀਤੀ, ਜਿੱਥੇ ਕੋਈ ਵਿਅਕਤੀ ਦੀ ਜਿਹੜਾ ਲੈਂਗੁਏਜ ਉਹਦੀ ਨਾ ਸਮਝਦਾ ਹੋਵੇ ਤਾਂ ਉਹਦੀ ਵੱਖਰੀ ਲੈਂਗੁਏਜ ਹੋਵੇ ਤਾਂ ਉਹਦੇ ਨਾਲ ਹੀ ਕੀ ਹੈਗਾ ਇੰਟਰਪ੍ਰੇਟਰ ਲਗਾ ਦਿੱਤਾ ਜਾਂਦਾ ਹੈ, ਕੋਈ ਇੰਟਰਪ੍ਰੇਟਰ ਦੇ ਬਿਹਾਫ ਤੇ ਫਿਰ ਉਸਦੀ ਹੈਲਪ ਲੈ ਕੇ ਜਿਹੜੀ ਹੈਗੀ ਸਟੇਟਮੈਂਟ ਰਿਕਾਰਡ ਕਰ ਦਿੱਤੀ ਜਾਂਦੀ ਹੈ। ਐਗਜੀਕਿਊਸ਼ਨ ਦਾ ਕਮਿਸ਼ਨ ਜਿੱਥੇ ਕਿਤੇ ਆਪਾਂ ਪਹਿਲਾਂ ਪੂਰੀ ਪੜ੍ਹ ਚੁੱਕੇ ਹਾਂ, ਵਾਰ-ਵਾਰ ਰਿਪੀਟਿੰਗ ਹੋ ਰਹੀ ਹੈ ਵੀ ਜੇ ਕਿਤੇ ਕਿਸੇ ਦੀ ਜਿਹੜੀ ਹੈਗੀ ਹੈ ਐਵੀਡੈਂਸ ਲੈਣ ਦੇ ਵਿੱਚ ਪ੍ਰੋਬਲਮ ਹੋਵੇ ਤਾਂ ਉੱਥੇ ਕਮਿਸ਼ਨ ਭੇਜ ਕੇ ਵੀ ਸਟੇਟਮੈਂਟ ਰਿਕਾਰਡ ਕੀਤੀ ਜਾ ਸਕਦੀ ਹੈ ਕਿਸੇ ਗਵਾਹ ਦੀ। ਪਾਰਟੀਜ਼ ਮੇ ਐਗਜ਼ਾਮਿਨ ਦਾ ਵਿਟਨੈਸ, ਗਵਾਹਾਂ ਨੂੰ ਕ੍ਰਾਸ ਐਗਜ਼ਾਮੀਨੇਸ਼ਨ, ਦੇਖੋ ਸਿੰਪਲ ਜੀ ਗੱਲ ਹੈਗੀ ਹੈ, ਜਦੋਂ ਪ੍ਰੋਸੀਕਿਊਸ਼ਨ ਆਪਣੇ ਵਿਟਨੈਸ ਪੇਸ਼ ਕਰਦੀ ਹੈ, ਠੀਕ ਹੈ, ਪਹਿਲਾਂ ਗਵਾਹੀ ਉਹਨੂੰ ਕਹਿੰਦੇ ਆ ਐਗਜ਼ਾਮੀਨੇਸ਼ਨ ਚੀਫ। ਐਗਜ਼ਾਮੀਨੇਸ਼ਨ ਜਦੋਂ ਚੀਫ ਹੋ ਜਾਂਦੀ ਹੈ ਤਾਂ ਕ੍ਰਾਸ ਐਗਜ਼ਾਮਿਨ ਜਿਹੜੀ ਦੂਜੀ ਪਾਰਟੀ ਕਰ ਸਕਦੀ ਹੁੰਦੀ ਹੈ। ਇਸੇ ਤਰੀਕੇ ਜਦੋਂ ਡਿਫੈਂਸ ਜਿਹੜਾ ਹੈਗਾ, ਜਿਹੜਾ ਅਕਿਊਜ਼ ਪਰਸਨ ਹੈ ਆਪਦਾ ਡਿਫੈਂਸ ਕਲੇਮ ਕਰਦਾ ਹੈ, ਡਿਫੈਂਸ ਦੇ ਵਿੱਚ ਉਹ ਆਪਣੇ ਗਵਾਹ ਨੂੰ ਬੁਲਾਉਂਦਾ ਹੈਗਾ ਤਾਂ ਉਹਨਾਂ ਦੀ ਪਹਿਲਾਂ ਐਗਜ਼ਾਮੀਨੇਸ਼ਨ ਚੀਫ ਹੁੰਦੀ ਹੈ, ਫਿਰ ਉਹਦੀ ਕ੍ਰਾਸ ਐਗਜ਼ਾਮੀਨੇਸ਼ਨ ਜਿਹੜੀ ਹੈਗੀ ਹੈ ਪ੍ਰੋਸੀਕਿਊਸ਼ਨ ਵੱਲੋਂ ਕੀਤੀ ਜਾਂਦੀ ਹੈ। ਚਲੋ ਫੋਰਨ ਕੰਟਰੀ ਦੀ ਗੱਲ ਕੀਤੀ, ਅਡਜ਼ਰਨ ਆਫ ਦਾ ਪ੍ਰੋਸੀਡਿੰਗ ਐਗਜੀਕਿਊਸ਼ਨ ਆਫ ਦਾ ਫੋਰਨ ਕਮਿਸ਼ਨਸ, ਫੋਰਨ ਕੰਟਰੀ ਦੇ ਵਿੱਚ ਵੀ ਜਿਹੜਾ ਕਮਿਸ਼ਨ ਹੈ ਭੇਜ ਕੇ ਉੱਥੇ ਦੀ ਲੋਕਲ ਕੋਰਟ ਨੂੰ ਵੀ ਕਮਿਸ਼ਨ ਨਿਯੁਕਤ ਕਰਕੇ ਜਿਨ ਕਿ ਕਿਸੇ ਕੋਈ ਵਿਅਕਤੀ ਬਾਹਰ ਰਹਿੰਦਾ ਹੋਵੇ ਉਹਦੀ ਵੀ ਸਟੇਟਮੈਂਟ ਲਈ ਜਾ ਸਕਦੀ ਹੈਗੀ ਹੈ। ਡਿਸਪੋਜੀਸ਼ਨ ਆਫ ਮੈਡੀਕਲ ਵਿਟਨੈਸ, ਜਿੱਥੇ ਕਿਤੇ ਕਿਸੇ ਵਿਅਕਤੀ ਦਾ ਜਿਹੜਾ ਮੈਡੀਕਲ ਵਗੈਰਾ ਕਰਾਇਆ ਹੁੰਦਾ ਹੈ, ਉਹਦੇ ਜਿਹੜੇ ਡਾਕਟਰ ਨੇ ਮੈਡੀਕਲ ਕੀਤਾ ਹੁੰਦਾ ਹੈ ਉਸ ਡਾਕਟਰ ਨੂੰ ਬੁਲਾ ਕੇ ਵੀ ਉਹਦੀ ਜਿਹੜੀ ਐਗਜ਼ਾਮੀਨੇਸ਼ਨ ਹੈ ਸਟੇਟਮੈਂਟ ਲਈ ਜਾਂਦੀ ਹੈ। ਇਸੇ ਤਰੀਕੇ ਜੇ ਕੋਈ ਕਰੰਸੀ ਦੀ ਗੱਲ ਹੈ, ਕੋਈ ਕਰੰਸੀ ਜਾਲੀ ਕਰੰਸੀ ਪਕੜੀ ਗਈ ਕਿਸੇ ਕੋਲੇ, ਠੀਕ ਹੈ, ਤਾਂ ਉਹਦੇ ਸੰਬੰਧ ਵਿੱਚ the court may, if it thinks fit and shall, on the application of the prosecution or accused, summon and examine any of the deponent as to the subject matter of his deposition, evidence of the officers of the mint ਕੀ ਹੁੰਦਾ ਖਜ਼ਾਨਾ, ਜਿਨ੍ਹਾਂ ਨੇ ਸਿੱਕੇ ਵਗੈਰਾ ਬਣਾਏ ਹੁੰਦੇ ਟਕਸਾਲ ਵਗੈਰਾ ਦੇ, ਜਿਹੜੇ ਜਿੱਥੇ ਕਰੰਸੀ ਸਾਡੀ ਛਪਦੀ ਹੈ ਉੱਥੇ ਵੀ ਕੰਟਰੋਲਰ ਉਹਦਾ ਸਟੈਂਪਸ ਐਂਡ ਸਟੇਸ਼ਨਰੀ, ਠੀਕ ਹੈ, ਉੱਥੇ ਵੀ ਜਿਹੜੇ ਕਿਸੇ ਗੈਸਟਡ ਆਫਿਸਰ ਨੂੰ ਬੁਲਾ ਕੇ ਉਹਦੀ ਸਟੇਟਮੈਂਟ ਲਈ ਜਾ ਸਕਦੇ, ਜਿੱਥੇ ਕਿਤੇ ਕੋਈ ਕਰੰਸੀ ਪਕੜੀ ਗਈ ਹੋਵੇ, ਜਾਲੀ ਕਰੰਸੀ ਪਕੜੀ ਗਈ ਹੋਵੇ। ਇਹ ਸਾਰੀਆਂ ਗਵਾਹੀਆਂ ਹੈਗੀਆਂ ਨੇ, ਕੁਛ ਨਹੀਂ ਜ਼ਿਆਦਾ ਸਮਝਣਾ ਇਹਦੇ ਵਿੱਚ। ਰਿਪੋਰਟਸ ਆਫ ਸਰਟਨ ਗਵਰਨਮੈਂਟ ਸਾਇੰਟੀਫਿਕ ਐਕਸਪਰਟਸ, ਤੇ ਜਿਹੜੀ ਹੈਗੀ ਜਿਵੇਂ ਸਾਇੰਸ ਲੈਬੋਰਟਰੀ ਹੁੰਦੀ ਹੈ ਜਿੱਥੇ ਕੋਈ ਉਹਨਾਂ ਦੀ ਵੀ ਰਿਪੋਰਟ ਲਈ ਜਾ ਸਕਦੀ ਹੈਗੀ ਆ, ਉੱਥੇ ਵੀ ਉਹ ਆਪ ਵੀ ਖੁਦ ਆ ਸਕਦੇ ਹੈਗੇ ਜਾਂ ਆਪਣੇ ਕਿਸੇ ਸਬੋਰਡੀਨੇਟ ਨੂੰ ਵੀ ਭੇਜ ਸਕਦੇ, ਜਿੱਥੇ ਕਿਤੇ ਕੋਈ ਰਿਪੋਰਟ ਆਉਂਦੀ ਕੋਰਟ ਨੇ, ਪ੍ਰੋਸੀਕਿਊਸ਼ਨ ਨੇ ਕੋਈ ਆਪਦਾ ਸੈਂਪਲ ਭੇਜਿਆ ਹੋਇਆ ਹੁੰਦਾ, ਸੈਂਪਲ ਭੇਜ ਕੇ ਕਿਸੇ ਲੈਬੋਰਟਰੀ ਦੇ ਵਿੱਚੋਂ ਰਿਪੋਰਟ ਕਰਾਈ ਹੁੰਦੀ ਹੈ, ਉਹ ਰਿਪੋਰਟ ਨੂੰ ਸਬਮਿਟ ਕਰਨ ਦੇ ਲਈ ਸਾਬਤ ਕਰਨ ਦੀ ਖਾਤਰ ਉੱਥੇ ਦੇ ਜਿਹੜੇ ਐਕਸਪਰਟ ਹੈਗੇ ਆ, ਜਿਹੜੇ ਮਤਲਬ ਸਾਇੰਟਿਸਟ ਹੁੰਦੇ ਨੇ, ਠੀਕ ਹੈ, ਉਹਨਾਂ ਨੂੰ ਵੀ ਬੁਲਾਇਆ ਜਾ ਸਕਦਾ ਹੈਗਾ ਕੈਮੀਕਲ ਐਗਜ਼ਾਮੀਨੇਸ਼ਨ ਦੇ ਲਈ। The section applies to the following government science expert, ਇਹ ਕੁਝ ਲਿਖਿਆ ਹੋਇਆ ਕਿਹੜੇ ਬੰਦਿਆਂ ਨੂੰ ਐਗਜ਼ਾਮਿਨ ਕੀਤਾ ਜਾ ਸਕਦਾ ਹੈ, ਕੈਮੀਕਲ ਐਗਜ਼ਾਮੀਨਰ ਔਰ ਅਸਿਸਟੈਂਟ ਕੈਮੀਕਲ ਐਗਜ਼ਾਮੀਨਰ, ਚੀਫ ਇੰਸਪੈਕਟਰ, ਇਹ ਜਾਣੀ ਕਿ ਆਪਣੇ ਸਬੋਰਡੀਨੇਟ ਨੂੰ ਭੇਜ ਸਕਦੇ ਹੈਗੇ, ਕਿਹਾ ਗਿਆ ਇਹਦੇ ਵਿੱਚ। ਆ ਜਿਹੜੇ 4-5 ਬੰਦੇ ਆਫੀਸਰ ਦੱਸੇ ਗਏ ਨੇ
ਠੀਕ ਹੈ। ਜਦੋਂ ਇਹਨਾਂ ਦੇ ਸੰਬੰਧ ਵਿੱਚ ਕੋਈ ਸਟੇਟਮੈਂਟ ਕੋਰਟ ਵਿੱਚ ਲੱਗੀ ਹੋਵੇ ਪ੍ਰੋਸੀਕਿਊਸ਼ਨ ਵੱਲੋਂ, ਤਾਂ ਇਹ ਆਪਣੇ ਵੀ ਕਿਸੇ ਜਿਹੜਾ ਹੈਗਾ ਸਬਆਰਡੀਨੇਟ ਨੂੰ ਭੇਜ ਸਕਦੇ ਹੈਗੇ ਆ। ਚਲੋ general provisions as to the inquiries and trials. Persons once convicted or acquitted not to be tried for the same offence। ਇਹ ਕਹਿੰਦੇ ਕਿ ਸੈਕਸ਼ਨ 300 ਚ ਦੱਸਿਆ ਗਿਆ ਵੀ ਜਦੋਂ ਇੱਕ ਕੇਸ ਚੱਲ ਗਿਆ ਕਿਸੇ ਵਿਅਕਤੀ ਦੇ ਖਿਲਾਫ, ਠੀਕ ਹੈ, ਤਾਂ ਉਹਦੇ ਵਿੱਚ ਜੇ ਉਸ ਨੂੰ ਕਨਵਿਕਸ਼ਨ ਹੋ ਗਈ, ਚਾਹੇ acquittal ਹੋ ਗਈ, ਤਾਂ ਉਹੀ ਜਿਹੜਾ ਪਰਚਾ ਹੈ ਦੁਬਾਰਾ ਦਰਜ ਉਹਦੇ ਕਰਕੇ ਦੁਬਾਰਾ ਕਾਰਵਾਈ ਨਹੀਂ ਚਲਾਈ ਜਾ ਸਕਦੀ, ਉਹਦੀ ਅਪੀਲ ਵਗੈਰਾ ਕੀਤੀ ਜਾ ਸਕਦੀ ਹੈਗੀ ਹੈ। ਜਨਰਲ ਪ੍ਰੋਵੀਜ਼ਨ ਹੈਗੀਆਂ ਨੇ ਖਾਸ ਕਰਕੇ। Appearance by the public prosecutor. Section 301 appearance by the public prosecutor। Public prosecutor ਜਿਹੜੇ ਹੁੰਦੇ ਨੇ ਪਬਲਿਕ ਦੇ ਖਾਤਰ ਜਿਹੜੇ ਹੈਗੇ ਨੇ ਕੋਰਟ ਵੱਲੋਂ ਗਵਰਨਮੈਂਟ ਵੱਲੋਂ ਨਿਯੁਕਤ ਕੀਤੇ ਇਹ ਹੁੰਦੇ ਆ। ਇਹ 'ਚ ਕਿਹਾ ਗਿਆ ਦਾ ਪਬਲਿਕ ਪ੍ਰੋਸੀਕਿਊਟਰ ਔਰ ਦਾ ਅਸਿਸਟੈਂਟ ਪਬਲਿਕ ਪ੍ਰੋਸੀਕਿਊਟਰ, ਜਿਹਨੂੰ ਅਸੀਂ ਸਰਕਾਰੀ ਵਕੀਲ ਕਹਿੰਦੇ ਨੇ, ਇੰਚਾਰਜ ਆਫ case may appear and plead without any written authority before any court in which that case is under inquiry and trial or appeal। ਜਨਰਲ ਦੇ ਤੌਰ ਤੇ ਕੀ ਹੈਗਾ ਵੀ ਕਿਸੇ ਆਪਾਂ ਸਿਵਲ ਕੇਸਾਂ 'ਚ ਦੇਖਦੇ ਹਾਂ ਵੀ ਕਿਸੇ ਵੀ ਕੇਸ ਦੀ ਪੈਰਵਾਈ ਕਰਨ ਦੀ ਖਾਤਰ ਜਿਹੜੀ ਹਾਇਰ ਅਥਾਰਟੀਜ਼ ਵੱਲੋਂ ਪਰਮਿਸ਼ਨ ਆਉਂਦੀ ਹੈਗੀ ਹੈ, ਠੀਕ ਹੈ। ਇਹਦੇ ਵਿੱਚ ਕਿਹਾ ਗਿਆ ਕ੍ਰਿਮੀਨਲ ਕੇਸ ਦੇ ਵਿੱਚ ਜਦੋਂ ਵੀ ਪੀਪੀ ਹੈਗਾ ਉਹ ਕਿਸੇ ਵੀ ਕੇਸ ਦੇ ਵਿੱਚ ਬਿਨਾਂ ਕਿਸੇ ਅਥਾਰਟੀ ਤੋਂ ਜਿਹੜੀ ਕੋਰਟ ਨੂੰ ਦਿੱਤੀ ਗਈ ਹੈ ਉਹ 'ਚ ਪੇਸ਼ ਹੋ ਸਕਦਾ ਹੈ, ਕੋਰਟ ਦੇ ਆਰਡਰ ਤੋਂ ਬਗੈਰ। Permission to conduct the prosecution। Any magistrate inquiring into the or trying any case may permit the prosecution to conducted by any person। ਇਹ ਛੱਡੋ ਇਹਨਾਂ ਗੱਲਾਂ। ਲੀਗਲ ਏਡ ਦੀ ਗੱਲ ਕੀਤੀ ਗਈ ਹੈ। ਕੋਈ ਵਿਅਕਤੀ ਕਿਸੇ ਕੋਲੇ ਕੇਸ ਲੜਨ ਦੀ ਉਹ ਨਹੀਂ ਹੈਗੀ ਤਾਂ ਉਹ ਲੀਗਲ ਏਡ ਵਿੱਚ ਸਟੇਟ ਵੱਲੋਂ ਸਟੇਟ ਦੇ ਐਕਸਪੈਂਸਿਸ ਦੇ ਉੱਪਰ ਜਿਹੜਾ ਹੈਗਾ ਕਿਸੇ ਵਿਅਕਤੀ ਨੂੰ ਆਪਾਂ ਦੇਖਦੇ ਹਾਂ। ਇੰਡੀਅਨ ਪਰਸਨ ਦੀਆਂ ਰਿਪੋਰਟਾਂ ਸਾਡੇ ਕੋਲੇ ਆਉਂਦੀਆਂ ਨੇ। ਇੰਡੀਅਨ ਪਰਸਨਸ ਜਿਹੜੇ ਕੋਈ ਮਤਲਬ ਗਰੀਬ ਲੋਕ ਹੁੰਦੇ ਆ ਕੁਛ, ਉਹ ਕੇਸ ਦੀ ਪੈਰਵਾਈ ਨਹੀਂ ਕਰ ਸਕਦੇ ਆਪਦੇ ਪੱਧਰ ਤੇ, ਫਿਰ ਸਰਕਾਰ ਵੱਲੋਂ ਲੀਗਲ ਏਡ ਦੇ ਵਿੱਚ ਜਿਹੜੀ ਹੈਗੀ ਗਵਰਨਮੈਂਟ ਆਪਦੇ ਪੱਧਰ ਤੇ ਜਿਹੜੇ ਐਕਸਪੈਂਸਿਸ ਹੈਗੇ ਆ ਉਹ ਕਲੀਅਰ ਕਰਦੀ ਹੈ। ਸਰਕਾਰ ਵੱਲੋਂ ਜਿਹੜੇ ਵਕੀਲ ਹੈਗੇ ਆ ਨਿਯੁਕਤ ਕੀਤੇ ਜਾਂਦੇ ਆ। ये कुछ नहीं चलो। Tender of pardon to accomplish। 306 important section ਹੈਗੇ ਆ। Tender of pardon to accomplish with a view to obtaining the evidence of any person। ਜਦੋਂ ਕਿਤੇ ਸਰਕਾਰ ਨੂੰ ਲੱਗਦਾ ਹੈ ਜਾਂ ਪ੍ਰੋਸੀਕਿਊਸ਼ਨ ਨੂੰ ਲੱਗਦਾ ਹੈ ਜਾਂ ਪੁਲਿਸ ਨੂੰ ਲੱਗਦਾ ਹੈ ਵੀ ਕੋਈ ਇੱਕ ਵਿਅਕਤੀ ਨੂੰ ਅਸੀਂ ਗੱਠ ਕੇ ਇਹ ਕਹਿ ਲਈਏ ਸਿੰਪਲ ਜੀ ਭਾਸ਼ਾ ਦੇ ਵਿੱਚ ਵੀ ਇੱਕ ਵਿਅਕਤੀ ਨੂੰ ਅਸੀਂ ਵਾਅਦਾ ਮਾਫ ਗਵਾਹ ਬਣਾ ਕੇ ਸਾਰੇ ਕੇਸ ਦੀ ਜਿਹੜੀ ਹੈਗੀ ਹੈ ਗੁੱਥੀ ਨੂੰ ਸੁਲਝਾ ਸਕਦੇ ਹਾਂ, ਤਾਂ ਉਸ ਕੇਸ ਦੇ ਵਿੱਚ ਸਰਕਾਰ ਵੱਲੋਂ ਜਾਂ ਪ੍ਰੋਸੀਕਿਊਸ਼ਨ ਦੇ ਵੱਲੋਂ ਮਤਲਬ ਕਿ ਇਹ ਸੈਕਸ਼ਨ 306 ਦੇ ਵਿੱਚ ਕੀ ਹੈਗਾ ਵਾਅਦਾ ਮਾਫ ਗਵਾਹ ਬਣਾਇਆ ਜਾ ਸਕਦਾ ਕਿਸੇ ਇੱਕ ਵਿਅਕਤੀ ਨੂੰ, ਤਾਂ ਕਿ ਸਾਰੇ ਕੇਸ ਦੀ ਜਿਹੜੀ ਪੈਰਵਾਈ ਹੈ, ਸਾਰੇ ਕੇਸ ਦੀ ਜਿਹੜੀ ਇਨਫੋਰਮੇਸ਼ਨ ਹੈ ਉਸ ਵਿਅਕਤੀ ਤੋਂ ਲਈ ਜਾ ਸਕਦੀ ਹੋਵੇ। with a view to obtaining the evidence of any person supposed to have been directly or indirectly concerned in a privy to an offence, ਜਿਹੜਾ ਉਸ offence ਨਾਲ concerned ਹੋਵੇ। Chief Judicial Magistrate or a matrimonial magistrate at any stage of the investigation ਦੇ ਦੌਰਾਨ or inquiry or the trial। ਤਿੰਨੇ ਸਟੇਜਾਂ ਦੀ ਗੱਲ ਕੀਤੀ ਗਈ ਹੈ। ਇਨਵੈਸਟੀਗੇਸ਼ਨ ਪੁਲਿਸ ਵੱਲੋਂ ਕੀਤੀ ਜਾਂਦੀ ਹੈ, ਇਨਕੁਆਰੀ ਕੋਰਟ ਵੱਲੋਂ ਕੀਤੀ ਜਾਂਦੀ ਹੈ, ਟ੍ਰਾਇਲ ਕੋਰਟ ਵੱਲੋਂ ਕੀਤਾ ਜਾਂਦਾ ਹੈ, ਠੀਕ ਹੈ। ਕਿ ਤਿੰਨੇ ਕੇਸਾਂ ਦੇ ਦੌਰਾਨ ਕਿਸੇ ਵੀ ਸਟੇਜ ਦੇ ਉੱਪਰ at any stage the offence and the magistrate of the first class inquiring into or trying the offence at any stage of the inquiry or trial may tender pardon to such person।
ਯਾਨੀ ਕਿ ਸੀਜੀਐਮ ਦੀ ਗੱਲ ਕੀਤੀ ਗਈ ਹੈ। ਸੀਜੀਐਮ ਤਿੰਨੇ ਸਟੇਜਾਂ ਦੇ ਉੱਪਰ, ਚਾਹੇ ਇਨਕੁਆਰੀ ਹੋਵੇ, ਚਾਹੇ ਇਨਵੈਸਟੀਗੇਸ਼ਨ ਹੋਵੇ, ਚਾਹੇ ਟ੍ਰਾਇਲ ਚੱਲਦਾ ਹੋਵੇ। ਪਰ ਜੇ ਮੈਜਿਸਟ੍ਰੇਟ ਫਸਟ ਕਲਾਸ ਹੋਵੇ ਤਾਂ ਉਹ ਇਨਵੈਸਟੀਗੇਸ਼ਨ ਦੇ ਦੌਰਾਨ ਨਹੀਂ ਪਾਰਡਨ ਕਰ ਸਕਦਾ, ਤਾਂ ਉਹ ਸਿਰਫ ਇਨਕੁਆਰੀ ਦੇ ਦੌਰਾਨ ਜਾਂ ਟ੍ਰਾਇਲ ਦੇ ਦੌਰਾਨ ਪਾਰਡਨ ਕਰ ਸਕਦਾ, ਕਿਸੇ ਵਿਅਕਤੀ ਨੂੰ ਵਾਦਾ ਮਾਫ ਗਵਾਹ ਬਣਾ ਸਕਦਾ ਹੈ। May tender a pardon to such person on the condition of his making a full and true disclosure of the whole of the circumstances within his knowledge। ਵੀ ਜੋ ਜਾਣਕਾਰੀ ਹੈਗੀ ਆ ਉਹ ਮਤਲਬ ਉਹਦੇ ਨਾਲ ਵਾਅਦਾ ਕਰਿਆ ਜਾਂਦਾ ਵੀ ਤੂੰ ਸਾਰੀ ਜਾਣਕਾਰੀ ਡਿਸਕਲੋਜ਼ ਕਰੇਗਾ। ठीक है। This section applies to any offence triable exclusively by the court of session or by the court of special judge under the criminal law। This section applies to ਇਹ ਕੇਸਾ ਜਿਹੜਾ ਹੈਗਾ 2A ਦੇ ਵਿੱਚ ਕੋਰਟ ਆਫ ਸੈਸ਼ਨ 'ਚ ਕੋਈ ਕੇਸ ਚੱਲਦਾ ਹੋਵੇ, ਠੀਕ ਹੈ ਜੀ, ਜਾਂ ਕੋਈ ਸਪੈਸ਼ਲ ਜੱਜ ਦੇ ਕੇਸ ਲੱਗਿਆ ਹੋਇਆ ਹੋਵੇ, ਜਾਂ ਫਿਰ ਐਨੀ ਅਫੈਂਸ punishable with imprisonment which may extend to 7 years or with a severe sentence ਜਾਂ 7 ਸਾਲ ਤੋਂ ਉੱਪਰ ਦੀ ਸਜ਼ਾ ਵਾਲਾ ਕੇਸ ਹੋਵੇ। Every magistrate who tenders a pardon under subsection 1 shall record। ਕੀ ਰਿਕਾਰਡ ਕਰੇਗਾ? ਜਦੋਂ ਇਦਾਂ ਦਾ ਕੋਈ ਵਾਅਦਾ ਮਾਫ ਹੋਇਆ ਗਵਾਹ ਕਿਸ ਨੂੰ ਬਣਾਇਆ ਜਾਂਦਾ ਹੈ ਤਾਂ ਰੀਜ਼ਨਸ ਕੀ ਨੇ, ਕਿਸ ਕਰਕੇ ਅਸੀਂ ਇਸ ਨੂੰ ਵਾਅਦਾ ਮਾਫ ਬਣਾ ਰਹੇ ਹਾਂ। ਸਬਸੈਕਸ਼ਨ 3 ਦੀ ਗੱਲ ਕੀਤੀ ਗਈ ਹੈ। whether the tender was or was not accepted। ਕੀ ਐਕਸੈਪਟ ਕੀਤਾ ਗਿਆ ਕੋਰਟ ਵੱਲੋਂ? ਇਹ ਜਿਹੜਾ ਟੈਂਡਰ ਹੈ ਵਾਅਦਾ ਮਾਫ ਗਵਾਹ, ਮੰਨ ਲਓ ਪ੍ਰੋਸੀਕਿਊਸ਼ਨ ਨੇ ਕਹਿਤਾ ਵੀ ਇਸ ਨੂੰ ਵਾਅਦਾ ਮਾਫ ਗਵਾਹ ਬਣਾਉਣਾ ਚਾਹੁੰਦੇ ਹਾਂ, by the persons to whom it was made and shall on the application made by the accused furnish him with a copy of such record free of cost। ਜਦੋਂ ਵਾਅਦਾ ਮਾਫ ਬਣਾਇਆ ਜਾਂਦਾ ਹੈ ਇਦਾਂ ਦਾ ਮਤਲਬ ਕਿ ਉਹਦੀ ਮਤਲਬ ਕਿ ਆਰਡਰ ਪਾਸ ਹੁੰਦਾ ਹੈ, ਫਿਰ ਉਹਦੀ ਕਾਪੀ ਵੀ ਉਸ ਨੂੰ ਇੱਕ ਦਿੱਤੀ ਜਾਂਦੀ ਹੈ। Every person accepting a tender of pardon shall be examined as a witness। ਫਿਰ ਉਸ ਨੂੰ ਹੁਣ ਕੀ ਹੁੰਦਾ ਹੈ, ਉਹ ਵਿਟਨਸ ਬਣ ਜਾਂਦਾ, ਗਵਾਹ ਬਣ ਜਾਂਦਾ ਹੈ, ਉਹਦੀ ਐਗਜ਼ਾਮੀਨੇਸ਼ਨ ਐਜ ਏ ਵਿਟਨਸ ਹੁੰਦੀ ਹੈ। shall unless he already on bail be detained in custody until the termination of the trial। ਫਿਰ ਕੀ ਹੁੰਦਾ ਹੈ, shall unless he is already on bail। ਜਿੱਦਾਂ ਉਹ ਬੇਲ ਤੇ ਹੋਵੇ ਗੱਲ ਵੱਖਰੀ ਹੈ, ਨਹੀਂ ਤਾਂ ਫਿਰ ਉਸ ਨੂੰ ਉਸ ਦੀ ਕਸਟਡੀ 'ਚ ਰੱਖਿਆ ਜਾਂਦਾ ਹੈ ਜਦੋਂ ਤੱਕ ਜਿਹੜੀ ਹੈਗੀ ਹੈ ਟ੍ਰਾਇਲ ਚੱਲਦਾ ਰਹਿੰਦਾ ਹੈ। Where a person has accepted a tender of pardon, ਜਦੋਂ ਵਿਅਕਤੀ ਇਦਾਂ ਦਾ ਵਾਅਦਾ ਮਾਫ ਗਵਾਹ ਬਣ ਜਾਂਦਾ ਹੈ, ਠੀਕ ਹੈ, shall without making any further inquiry in the case commit it for trial to the court of session if the offence is triable exclusively by the। ਜੇਕਰ ਜਿਹੜਾ ਕੇਸ ਹੈ ਉਹ ਸੈਸ਼ਨ ਕੋਰਟ ਵੱਲ ਤੋਂ ਲਾਇਆ ਜਾਂਦਾ ਤਾਂ ਸੈਸ਼ਨ ਕੋਰਟ 'ਚ ਭੇਜਿਆ ਜਾਂਦਾ ਹੈ, ਉਹਦੀ ਜਿਹੜੀ ਸਟੇਟਮੈਂਟ ਲੈ ਕੇ, ਜਾਂ ਫਿਰ ਸਪੈਸ਼ਲ ਕੋਰਟ ਭੇਜਿਆ ਜਾਂਦਾ ਹੈ। in any other case making over the case to the CJM who shall try the case himself। Three or 7 power to direct tender of pardon at any time after commitment of a case but before the judgment is passed। The court to which the commitment is made may with a view to obtaining the trial evidence and a person supposed to have been directly or indirectly concerned। ਕੋਰਟ ਨੂੰ ਪਾਵਰ ਹੈਗੀ ਹੈ ਗਵਾਹ ਮਤਲਬ ਬਣਾਉਣ ਦੀ। ਇਹ ਕਿਹਾ ਗਿਆ ਇਸ ਟ੍ਰਾਇਲ ਆਫ ਦਾ ਪਰਸਨ ਨਾਟ ਕੰਪਲਾਈਂਗ ਵਿਦ ਦਾ ਕੰਡੀਸ਼ਨਸ ਆਫ ਦਾ ਪਾਰਡਨ। ਜੇ ਕੋਈ ਵਿਅਕਤੀ ਇਦਾਂ ਦਾ ਜਿਹਨੂੰ ਆਪਾਂ ਵਾਅਦਾ ਮਾਫ ਗਵਾਹ ਬਣਾਇਆ ਗਿਆ ਸੀਗਾ, ਇਹ 308 ਦੇ ਵਿੱਚ ਕੀ ਕਿਹਾ ਗਿਆ ਹੈ, ਜਦੋਂ ਕਿਸੇ ਵਿਅਕਤੀ ਨੂੰ ਇਦਾਂ ਦਾ ਵਾਅਦਾ ਮਾਫ ਗਵਾਹ ਬਣਾਇਆ ਗਿਆ ਸੀਗਾ ਪਰ ਉਹ ਆਪਣਾ ਜਿਹੜਾ ਹੈਗਾ ਆਪਣੀ ਸ਼ਰਤ ਤੇ ਪੂਰਾ ਨਹੀਂ ਉਤਰਦਾ ਹੈਗਾ, ਤਾਂ ਉਸ ਨੂੰ ਫਿਰ ਉਸ ਨੂੰ ਦੁਬਾਰਾ ਇਹ ਵਾਅਦਾ ਮਾਫ ਗਵਾਹ ਦੀ ਸ਼ਰਤ ਖਤਮ ਕਰਕੇ ਤਾਂ ਉਸ ਨੂੰ ਫਿਰ ਅਕਿਊਜ਼ ਦੇ ਵਿੱਚੋਂ ਟ੍ਰੀਟ ਕੀਤਾ ਜਾ ਸਕਦਾ ਹੈ। ਚਲੋ ਅੱਗੇ ਚਲੋ ਛੱਡੋ। थ्री 320 ਤੇ ਆਇਓ ਜੀ। ਸੈਕਸ਼ਨ 320 ਕੰਪਾਊਂਡਿੰਗ ਆਫ ਦਾ ਅਫੈਂਸਸ। ਯਾਨੀ ਕਿ ਆਮ ਜਨਤਾ ਦੀ ਧਾਰਨਾ ਹੈਗੀ ਆ ਵੀ ਜਦੋਂ ਕੋਈ ਕੇਸ ਕ੍ਰਿਮੀਨਲ ਕੇਸ ਚੱਲ ਰਿਹਾ ਹੁੰਦਾ ਹੈ ਤਾਂ ਜਦੋਂ ਦੋ ਪਾਰਟੀਆਂ ਦਾ ਸਮਝੌਤਾ ਹੋ ਜਾਂਦਾ ਤਾਂ ਲੋਕਾਂ ਨੂੰ ਲੱਗਦਾ ਹੈਗਾ, ਆਮ ਜਨਤਾ ਦੀ ਗੱਲ ਕਰਦੇ ਹਾਂ ਆਪਾਂ, ਆਮ ਰੂਟੀਨ ਦੀ ਗੱਲ ਕਰਦੇ ਹਾਂ ਵੀ ਇਹ ਤਾਂ ਜੀ ਕੇਸ ਹੁਣ ਖਤਮ ਹੋ ਗਿਆ, ਸਾਡਾ ਫੈਸਲਾ ਹੋ ਗਿਆ, ਠੀਕ ਹੈ।
ਇਹ ਕੋਈ ਜ਼ਰੂਰੀ ਨਹੀਂ ਹੁੰਦਾ। ਕੁਝ ਕੇਸ ਜਿਹੜੇ ਹੁੰਦੇ ਨੇ ਕੰਪਾਊਂਡ ਹੋ ਸਕਦੇ ਨੇ, ਕੁਝ ਕੇਸ ਕੰਪਾਊਂਡ ਨਹੀਂ ਹੋ ਸਕਦੇ। ਜਿਵੇਂ ਕਿ ਕੁਝ ਕੇਸਾਂ ਦੇ ਵਿੱਚ ਜਿਹੜੇ ਕ੍ਰਿਮੀਨਲ ਕੇਸ ਹੁੰਦੇ ਨੇ, ਕੁਝ ਕੇਸਾਂ ਦੇ ਵਿੱਚ ਪਾਰਟੀਆਂ ਸਮਝੌਤਾ ਕਰ ਸਕਦੀਆਂ ਨੇ, ਕੁਝ ਕੇਸਾਂ 'ਚ ਪਾਰਟੀਆਂ ਬੇਸ਼ੱਕ ਸਮਝੌਤਾ ਕਰਨ ਪਰ ਸਰਕਾਰ ਨੂੰ ਮਨਜ਼ੂਰ ਨਹੀਂ ਹੁੰਦਾ। ਯਾਨੀ ਕਿ ਜਿਹੜੇ ਕੇਸ ਕੰਪਾਊਂਡੇਬਲ ਹੁੰਦੇ ਨੇ, ਉੱਥੇ ਜਿਹੜੀ ਸਰਕਾਰ ਹੈਗੀ ਹੈ, ਕੋਰਟ ਹੈਗੀ ਹੈ, ਕੰਪਾਊਂਡੇਬਲ ਹੋਣ ਤੋਂ ਬਾਅਦ ਕੇਸ ਨੂੰ ਖਤਮ ਕਰ ਸਕਦੀ ਹੁੰਦੀ ਹੈ। ਪਰ ਜਿਹੜੇ ਕੇਸ ਕੰਪਾਊਂਡੇਬਲ ਨਹੀਂ ਹੁੰਦੇ, ਉੱਥੇ ਜਿਹੜੀ ਪ੍ਰੋਸੀਕਿਊਸ਼ਨ ਹੈ, ਪਾਰਟੀਆਂ ਬੇਸ਼ੱਕ ਆਪਸ ਵਿੱਚ ਸਮਝੌਤਾ ਕਰ ਲੈਣ ਤਾਂ ਜਿਹੜਾ ਕੇਸ ਹੈ ਉਹ ਬੰਦ ਨਹੀਂ ਹੁੰਦਾ, ਕੇਸ ਦੀ ਪੈਰਵਾਈ ਜਿਹੜੀ ਚੱਲਦੀ ਰਹਿੰਦੀ ਹੈ। ਜਿੱਥੇ ਕੇਸ ਕੰਪਾਊਂਡ ਹੋ ਜਾਂਦਾ ਹੈ ਤਾਂ ਜਿਹੜੀ ਕੋਰਟ ਹੈਗੀ ਹੈ ਉਸ ਨੂੰ ਬਰੀ ਕਰ ਦਿੰਦੀ ਹੈ ਪਾਰਟੀਆਂ ਦੀ ਉਹਦੇ ਵਿੱਚ ਉਹਨਾਂ ਦੇ ਸਟੇਟਮੈਂਟ ਦੇ ਅਕੋਰਡਿੰਗ। Section 321, withdrawal from the prosecution. The public prosecutor or the assistant public prosecutor in charge of the case, with the consent of the court at any time before the judgment is pronounced, withdraw from the prosecution of any person either generally or in respect of any one or more of the offences। ਇੱਥੇ ਕਿਹਾ ਗਿਆ ਹੈਗਾ ਵੀ ਜਦੋਂ ਕੋਈ ਕਿਸੇ ਵਿਅਕਤੀ ਦੇ ਖਿਲਾਫ ਕੋਈ ਚਾਰਜ ਲੱਗ ਗਿਆ, ਠੀਕ ਹੈ, ਉਸ ਤੋਂ ਬਾਅਦ ਕੋਈ ਇਨਕੁਆਇਰੀ ਚੱਲ ਰਹੀ ਹੈ, ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਕੋਰਟ ਨੂੰ ਲੱਗਦਾ ਵੀ ਇਹ ਗਲਤ ਸਾਡੇ ਤੋਂ ਫਾਈਲ ਕੀਤਾ ਗਿਆ ਕੇਸ, ਤਾਂ ਕੋਰਟ ਜਿਹੜੀ ਪ੍ਰੋਸੀਕਿਊਸ਼ਨ ਹੈਗੀ ਹੈ ਕਿਸੇ ਵੀ ਸਟੇਜ ਤੇ ਜਾ ਕੇ ਜਿਹੜਾ ਆਪਣਾ ਕੋਈ ਕੇਸ ਕ੍ਰਿਮੀਨਲ ਕੇਸ ਚੱਲ ਰਿਹਾ ਹੁੰਦਾ ਉਸ ਨੂੰ ਵਿਡਰਾਅ ਕਰ ਸਕਦੀ ਹੈ। ਠੀਕ ਹੈ। ਪ੍ਰੋਸੀਜਰ ਇਨ ਕੇਸ ਆਫ ਅਕਿਊਜ਼ਡ ਬੀਇੰਗ ਲੂਨੈਟਿਕ, ਜਿੱਥੇ ਜਿਹੜਾ ਅਕਿਊਜ਼ਡ ਹੈਗਾ ਜਾਂ ਅਨਸਾਊਂਡ ਹੈਗਾ ਜਾਂ ਲੂਨੈਟਿਕ ਹੈਗਾ, ਉੱਥੇ ਉਹਦੇ ਖਿਲਾਫ ਜਿਹੜੀ ਪ੍ਰੋਸੀਡਿੰਗ, ਜਿਹੜੀ ਕ੍ਰਿਮੀਨਲ ਪ੍ਰੋਸੀਡਿੰਗ ਨਹੀਂ ਚੱਲਦੀਆਂ ਹੈਗੀਆਂ। ਅਨਸਾਊਂਡਨੈਸ ਆਫ ਮਾਈਂਡ ਹੈਗਾ, ਜੇਕਰ ਕੋਰਟ ਵੱਲੋਂ FIR ਲੌਜ ਹੋ ਗਈ, ਪੁਲਿਸ ਵੱਲੋਂ FIR ਲੌਜ ਹੋ ਗਈ ਤਾਂ ਪਰਚਾ ਦਰਜ ਕਰ ਦਿੱਤਾ ਗਿਆ ਕਿਸੇ ਅਨਸਾਊਂਡ ਵਿਅਕਤੀ ਦੇ ਖਿਲਾਫ ਜਾਂ ਕਿਸੇ ਲੂਨੈਟਿਕ ਦੇ ਖਿਲਾਫ ਜਾਂ ਕਿਸੇ ਮਾਈਨਰ ਦੇ ਖਿਲਾਫ, ਤਾਂ ਠੀਕ ਹੈ, ਉੱਥੇ ਜਿਹੜੀ ਪ੍ਰੋਸੀਡਿੰਗ ਹੈ ਕੋਰਟ ਹੈਗੀ ਆ ਉਹ ਸਟਾਪ ਕਰ ਦਿੰਦੀ ਹੈ ਤੇ ਇਹਨਾਂ ਵਿਅਕਤੀਆਂ ਨੂੰ ਰਿਲੀਜ਼ ਕਰ ਦਿੰਦੀ ਹੈ। ਅੱਗੇ ਜੱਜਮੈਂਟ ਦੀ ਗੱਲ ਆ ਗਈ। ਜਦੋਂ ਐਵੀਡੈਂਸਸ ਹੋ ਗਈਆਂ, ਦੋਨੋਂ ਪਾਰਟੀਆਂ ਦੀਆਂ ਐਵੀਡੈਂਸ ਹੋ ਗਈਆਂ, ਕ੍ਰੌਸ ਐਗਜ਼ਾਮੀਨੇਸ਼ਨ ਹੋ ਗਈਆਂ, ਠੀਕ ਹੈ, ਉਸ ਤੋਂ ਬਾਅਦ ਕੋਰਟ ਵੱਲੋਂ ਜੱਜਮੈਂਟ ਦਿੱਤੀ ਜਾਂਦੀ ਹੈ। ਜੱਜਮੈਂਟ ਕੀ ਹੁੰਦੀ ਹੈ? ਜੱਜਮੈਂਟ ਮਤਲਬ ਫੈਸਲਾ ਹੁੰਦਾ ਹੈ, ਚਾਹੇ ਅਕਿਊਟਲ ਹੋ ਜਾਵੇ ਚਾਹੇ ਉਹ ਕਨਵੈਕਸ਼ਨ ਹੋ ਜਾਵੇ, ਓਪਨ ਕੋਰਟ ਦੇ ਵਿੱਚ ਸੁਣਾਈ ਜਾਂਦੀ ਹੈ ਪਾਰਟੀਆਂ ਨੂੰ। ਪਾਰਟੀ ਜਿਹੜੀ ਅਕਿਊਜ਼ਡ ਹੈਗਾ ਉਹਦੀ ਹਾਜ਼ਰੀ ਦੇ ਵਿੱਚ ਜਿਹੜੀ ਜੱਜਮੈਂਟ ਹੈ ਓਪਨ ਕੋਰਟ ਸੁਣਾਈ ਜਾਂਦੀ ਹੈ। ਲੈਂਗੁਏਜ ਦੀ ਗੱਲ ਕੀਤੀ ਗਈ, ਲੈਂਗੁਏਜ ਉਹਦਾ ਜਿਹੜੀ ਜਨਰਲ ਲੈਂਗੁਏਜ ਉਹਦਾ ਕੋਡ ਹੁੰਦੀ ਉਹ ਵੀ ਕੋਲ ਹੈ। ਹਾਂ, ਕੋਈ ਚੱਲ ਕੋਈ ਵਿਅਕਤੀ ਕੰਪਨਸੇਸ਼ਨ ਟੂ ਦਾ ਪਰਸਨਸ ਗਰਾਊਂਡਲੈਸਲੀ ਅਰੈਸਟ, ਕਿਸੇ ਵਿਅਕਤੀ ਨੂੰ ਗਲਤ ਤਰੀਕੇ ਨਾਲ ਅਰੈਸਟ ਕਰ ਲਿਆ, ਠੀਕ ਹੈ, ਉਹਨੂੰ ਜਿਹੜਾ ਹੈਗਾ ਕੋਈ ਲੋਰੀ ਕੇਸਿਸ ਵਗੈਰਾ ਹੈਗਾ ਉਸ ਨੂੰ ਮਤਲਬ ਕੰਪਨਸੇਸ਼ਨ ਵੀ ਦਿੱਤਾ ਜਾਣਾ ਬਣਦਾ ਹੁੰਦਾ, ਇਹ ਵੀ ਕੋਰਟ ਆਰਡਰ ਕਰ ਸਕਦੀ ਹੈ। Order to release on probation of the good conduct or after admonition, ਸਪੈਸ਼ਲ ਐਕਟ ਦੇ ਤਹਿਤ ਚਲੋ ਵੀ ਫਾਈਨ ਕਰਕੇ ਤਾੜਨਾ ਕਰਕੇ ਛੱਡਿਆ ਜਾ ਸਕਦਾ ਕਿਸੇ ਵਿਅਕਤੀ ਨੂੰ ਛੋਟੇ ਕੇਸ ਪੈਟੀ ਕੇਸਾਂ ਦੇ ਵਿੱਚ। ਜੱਜਮੈਂਟ ਦੀ ਜਿਹੜੀ ਕਾਪੀ ਆਫ ਫ੍ਰੀ ਆਫ ਕਾਸਟ ਜਿਹੜੀ ਅਕਿਊਜ਼ ਨੂੰ ਦੇਣੀ ਹੁੰਦੀ ਹੈ, ਇਹ ਵੀ ਕੋਰਟ ਵੱਲੋਂ ਕਿਹਾ ਗਿਆ। ਟ੍ਰਾਂਸਫਰ ਆਫ ਕ੍ਰਿਮੀਨਲ ਕੇਸਸ, ਪਾਵਰ ਆਫ ਦਾ ਸੁਪਰੀਮ ਕੋਰਟ ਟੂ ਟ੍ਰਾਂਸਫਰ ਦਾ ਕੇਸਸ ਐਂਡ ਅਪੀਲਸ। ਸੁਪਰੀਮ ਕੋਰਟ ਅਥਾਰਟੀ ਹੈਗੀ ਹੈ, ਸੁਪਰੀਮ ਕੋਰਟ ਕਿਸੇ ਵੀ ਕੇਸ ਨੂੰ ਜਿੱਥੇ ਵੀ ਕਿਸੇ ਕੋਰਟ ਚੱਲਦਾ ਹੋਵੇ, ਕਿਸੇ ਇੱਕ ਹਾਈ ਕੋਰਟ ਤੋਂ ਦੂਜੀ ਹਾਈ ਕੋਰਟ ਦੇ ਵਿੱਚ ਟ੍ਰਾਂਸਫਰ ਕਰ ਸਕਦੀ ਹੈਗੀ ਹੈ। ਇੱਦਾਂ ਹੀ ਹਾਈ ਕੋਰਟ ਜਿਹੜੀ ਹੈਗੀ ਹੈ ਕਿਸੇ ਸੈਸ਼ਨ ਕੋਰਟ ਤੋਂ ਕਿਸੇ ਦੂਜੀ ਸੈਸ਼ਨ ਕੋਰਟ ਦੇ ਵਿੱਚ ਕੇਸ ਨੂੰ ਟ੍ਰਾਂਸਫਰ ਕਰ ਸਕਦੀ ਹੈਗੀ ਹੈ। ਸੈਸ਼ਨ ਕੋਰਟ ਜਿਹੜੀ ਹੈਗੀ ਹੈ ਕਿਸੇ ਵੀ ਆਪਣੀ ਲੋਅਰ ਕੋਰਟਾਂ 'ਚ ਕੇਸ ਚੱਲ ਰਿਹਾ ਹੁੰਦਾ ਹੈ, ਕਿਸੇ ਇੱਕ ਕੋਰਟ ਤੋਂ ਦੂਜੀ ਕੋਰਟ ਦੇ ਵਿੱਚ ਜਿਹੜਾ ਹੈ ਕੇਸ ਹੈ ਟ੍ਰਾਂਸਫਰ ਕੀਤਾ ਜਾ ਸਕਦਾ ਹੁੰਦਾ ਹੈ। ਪਰ ਉਹਦਾ ਹਾਈ ਕੋਰਟ ਦੀ ਪਾਵਰ ਹੈ ਕੇਸ ਨੂੰ ਟ੍ਰਾਂਸਫਰ ਕਰਨਾ, ਕੋਰਟ ਆਫ ਸੈਸ਼ਨ ਚੋਂ ਇੱਕ ਦੂਜੀ ਕੋਰਟ ਵਿੱਚ ਟ੍ਰਾਂਸਫਰ ਕਰ ਸਕਦੀ ਹੈ। ਸੈਸ਼ਨ ਜੱਜ ਦੀ ਪਾਵਰ ਹੈਗੀ, ਅਸੀਂ ਤਾਂ ਉਹ ਸੈਸ਼ਨ ਜੱਜ ਆਪਣੇ ਅਧੀਨ ਜਿਹੜੀਆਂ ਕੋਰਟਾਂ ਹੁੰਦੀਆਂ ਨੇ ਉਹਨਾਂ 'ਚ ਕੇਸ ਟ੍ਰਾਂਸਫਰ ਕੀਤਾ ਜਾ ਸਕਦਾ ਇੱਕ ਦੂਜੀ ਕੋਰਟ ਦੇ ਵਿੱਚ। ਵਿਡਰਾਲ ਆਫ ਦਾ ਕੇਸਸ ਐਂਡ ਅਪੀਲਸ ਬਾਈ ਦਾ ਸੈਸ਼ਨ ਜੱਜ, ਕਿਸੇ ਕੋਰਟ ਦੇ ਸੈਸ਼ਨ ਜੱਜ ਉਹਦੇ ਲੋਅਰ ਕੋਰਟ 'ਚ ਕੋਈ ਕੇਸ ਚੱਲ ਰਿਹਾ ਹੈਗਾ
ठीक है, विड्रॉ करके ਕਿਸੇ ਹੋਰ ਕੋਰਟ 'ਚ ਵੀ ਦਿੱਤਾ ਜਾ ਸਕਦਾ ਹੈ। ਇਹਦੀ ਸੀਜੀਐਮ ਕਿਹੜਾ ਸੈਕਸ਼ਨ ਪੜ੍ਹ ਰਹੇ ਜੀ ਹੁਣ ਆਪਾਂ? ਇਹ ਸੈਕਸ਼ਨ 410 withdrawal of the cases by the judicial magistrate ਸੈਕਸ਼ਨ ਥੋੜਾ ਬੋਲਦਾ ਕਰੋ ਜੀ, ਸਾਨੂੰ ਪਤਾ ਨਹੀਂ ਲੱਗਦਾ ਓਕੇ ਸੌਰੀ ਹਾਂ ਠੀਕ ਹੈ। 410 ਮੈਂ ਇੰਪੋਰਟੈਂਟ ਕਰਵਾ ਰਿਹਾ, ਜਿਹੜੇ ਰਿਪੀਟ ਹੋ ਰਹੇ ਨੇ ਬਾਰ-ਬਾਰ ਨਾ, ਉਹਨਾਂ ਨੂੰ ਆਪਾਂ ਛੱਡ ਰਹੇ ਹਾਂ। 410 ਦੇ ਵਿੱਚ ਕਿਹਾ ਗਿਆ withdrawal of the cases by the judicial magistrate। ਸੀਜੀਐਮ ਜਿਹੜਾ ਹੈਗਾ, ਸੀਜੀਐਮ ਦੇ ਅਧੀਨ ਜਿਹੜੀਆਂ ਕੋਰਟਾਂ ਆਉਂਦੀਆਂ ਨੇ, ਠੀਕ ਹੈ, ਫਸਟ ਕਲਾਸ ਸੈਕੰਡ ਕਲਾਸ ਕੋਰਟਾਂ ਆਉਂਦੀਆਂ ਨੇ, ਸੀਜੀਐਮ ਵੀ ਕਿਸੇ ਵੀ ਕੇਸ ਨੂੰ ਕਿਸੇ ਵੀ ਕੇਸ ਦੇ ਵਿੱਚੋਂ ਟ੍ਰਾਂਸਫਰ ਕਰਕੇ ਦੂਜੀ ਕੋਰਟ 'ਚ ਭੇਜ ਸਕਦਾ ਹੈਗਾ। ਇਹਦੀ 411 'ਚ ਕੀ ਕਿਹਾ ਗਿਆ, ਮੇਕਿੰਗ ਓਵਰ ਏ ਵਿਡਰੋਲ ਆਫ ਕੇਸਸ ਬਾਈ ਦਾ ਐਗਜ਼ੈਕਟਿਵ ਮੈਜਿਸਟ੍ਰੇਟ, ਐਨੀ ਡਿਸਟ੍ਰਿਕਟ ਮੈਜਿਸਟ੍ਰੇਟ, ਜਿਵੇਂ ਐਸਡੀਐਮ ਹੈਗਾ, ਡੀਸੀ ਹੈਗਾ, ਠੀਕ ਹੈ, ਉਹ ਜਾਣੀ ਕਿ 57 ਦੇ ਕੇਸਿਸ ਵਗੈਰਾ ਹੁੰਦੇ ਆ, 409 ਦੇ ਕੇਸਿਸ ਹੁੰਦੇ ਆ, 408 10 11 ਦੇ ਕੇਸਿਸ ਹੁੰਦੇ ਆ, ਉਹਨਾਂ ਕੇਸਾਂ ਦੀ ਗੱਲ ਕੀਤੀ ਗਈ ਇਹਦੇ ਵਿੱਚ, ਠੀਕ ਹੈ। ਉਹ ਵੀ ਕਿਸੇ ਮੈਜਿਸਟ੍ਰੇਟ ਦੀ ਕੋਰਟ ਦੇ ਵਿੱਚ ਜਿਹੜੇ ਕੋਈ ਕੇਸ ਚੱਲ ਰਿਹਾ ਹੈਗਾ, ਉਹ ਵੀ ਦੂਜੇ ਮੈਜਿਸਟ੍ਰੇਟ ਦੀ ਕੋਰਟ ਦੇ ਵਿੱਚ ਭੇਜਿਆ ਜਾ ਸਕਦਾ। ਜਿਵੇਂ ਕੋਈ ਤਹਿਸੀਲਦਾਰ ਕੋਲ ਕੇਸ ਚੱਲ ਰਿਹਾ ਹੈ, ਮੇਬੀ ਵੈਸੇ ਜਨਰਲੀ ਤੌਰ ਤੇ ਆਪਣੇ ਕੋਲ ਕੇਸਿਸ ਇੱਦਾਂ ਦੇ ਨਹੀਂ ਹੁੰਦੇ ਹੈਗੇ, ਪਰ ਕਈ ਥਾਂ ਤੇ ਪਾਵਰਸ ਦਿੱਤੀਆਂ ਹੀ ਹੁੰਦੀਆਂ ਨੇ, ਸਪੈਸ਼ਲੀ ਥਾਣਾ ਕੋਈ ਨਾ ਕੋਈ ਦਿੱਤਾ ਹੈ ਹੁੰਦਾ ਹੈਗਾ, ਠੀਕ ਹੈ। ਉਹ ਇੱਦਾਂ ਡਿਸਟ੍ਰਿਕਟ ਮੈਜਿਸਟ੍ਰੇਟ ਵੀ ਆਪਣੇ ਅਧੀਨ ਜਿਹੜੇ ਮੈਜਿਸਟ੍ਰੇਟ ਹੁੰਦੇ ਨੇ, ਐਗਜ਼ੈਕਟਿਵ ਮੈਜਿਸਟ੍ਰੇਟ ਹੁੰਦੇ ਨੇ, ਉਹਨਾਂ ਦੇ ਜਿਹੜੇ ਕੇਸਿਸ ਨੇ ਟ੍ਰਾਂਸਫਰ ਕਰਕੇ ਦੂਜੀ ਕੋਰਟ 'ਚ ਭੇਜੇ ਜਾ ਸਕਦੇ ਹੈਗੇ ਆ। ਪਾਵਰ ਟੂ ਕਮਿਊਟ ਦਾ ਸੈਂਟੈਂਸਸ, ਸਟੇਟ ਗਵਰਨਮੈਂਟ ਕੋਲ ਪਾਵਰ ਹੈਗੀ ਹੈ ਸੈਂਟੈਂਸਸ ਨੂੰ। ਬਾਕੀ ਆਪਾਂ ਟਾਈਮ ਹੋ ਗਿਆ, ਬਾਕੀ ਆਪਾਂ ਕੱਲ ਦੇਖਾਂਗੇ ਜੀ। ਇੱਥੇ ਕਲਾਸ ਬੰਦ ਕਰਦੇ ਹਾਂ, ਠੀਕ ਹੈ ਜੀ। ਪਾਵਰ ਟੂ ਕਮਿਊਟ ਸੈਂਟੈਂਸਸ ਤੇ ਇੱਕ ਜਿਹੜਾ ਤੁਹਾਡਾ ਚੈਪਟਰ ਹੈਗਾ ਬੇਲ ਬਾਉਂਡ ਦਾ, ਉਹ ਬਹੁਤ ਇੰਪੋਰਟੈਂਟ ਹੈਗਾ, ਉਸ ਨੂੰ ਆਪਾਂ ਡਿਟੇਲ 'ਚ ਕੱਲ ਪੜਾਂਗੇ। Any question जी? Thank you sir. Okay sir. Thank you sir. Okay, class is over. Thank you very much.